ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਪ੍ਰੋਗਰਾਮ ਦੇ ਵਿੱਚ ਖਬਰਾਂ ਲੈਣ ਤੋਂ ਪਹਿਲਾਂ ਕੁਝ ਔਖੇ ਸਵਾਲਾਂ ਦੇ ਰੂਬਰੂ ਹੋਣਾ ਪੈਣਾ। ਕੀ ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਸਾਂਚਾ ਇੱਕ ਵਿਧੀਵਤ ਨਹੀਂ ਹੈ ਕਿ ਇੱਕ ਸਿਸਟਮ 'ਚ ਬੱਝਿਆ ਹੋਇਆ ਨਹੀਂ? ਫਿਰ ਆਪਾਂ ਆਪ ਹੁਦਰੇਪਣ ਨਾਲ ਇਸ ਵਿਕਾਸ ਦੀ ਤਵੱਜੋ ਕਿਵੇਂ ਕਰ ਸਕਦੇ ਹਾਂ, ਤਵੱਕੋਂ ਕਿਵੇਂ ਕਰ ਸਕਦੇ ਹਾਂ? ਅਹਿਮ ਸਵਾਲ ਆ ਕਿ ਅਸੀਂ ਅਕਸਰ ਆਪਣੀ ਲੀਡਰਸ਼ਿਪ ਨੂੰ ਕੋਸਦੇ ਰਹਿੰਦੇ ਹਾਂ, ਭਾਵੇਂ ਆਜ਼ਾਦੀ ਦੀ ਵੰਡ ਵੇਲੇ ਪੰਜਾਬ ਦੀ ਲੀਡਰਸ਼ਿਪ ਤੇ ਰੋਲ ਦੀ ਗੱਲ ਹੋਵੇ, ਉਸ ਤੋਂ ਬਾਅਦ ਪੰਜਾਬੀ ਸੂਬਾ ਬਣਨ ਵੇਲੇ ਦੀ ਲੀਡਰਸ਼ਿਪ ਤੇ ਸਵਾਲ ਉੱਠਦੇ ਆ, ਤੇ ਫਿਰ 1984 ਵੇਲੇ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਟੇਬਲ ਤੇ ਹੋਈਆਂ ਗੱਲਾਂ ਬਾਤਾਂ ਦੀ ਸਵਾਲਾਂ ਦੇ ਘੇਰੇ 'ਚ ਆਉਂਦੀਆਂ। ਉੱਥੋਂ ਥੋੜਾ ਅੱਗੇ ਆਓਗੇ ਤਾਂ ਇਹਨਾਂ ਸਮਿਆਂ ਦੇ ਵਿੱਚ ਜਦੋਂ ਬੇਅਦਬੀ ਮਾਮਲੇ 2015 ਚ ਵਾਪਰਦੇ ਆ, ਉਸ ਤੋਂ ਬਾਅਦ ਦੀ ਲੀਡਰਸ਼ਿਪ ਤੇ ਵੀ ਸਵਾਲ ਉੱਠਦੇ ਆ ਕਿ ਇਹਨੇ ਸਮੇਂ ਸਿਰ ਫੈਸਲੇ ਠੀਕ ਨਹੀਂ ਲਏ। ਪਰ ਇਹ ਵੀ ਸਵਾਲ ਆ ਕਿ ਕੀ ਅੱਜ ਦੀ ਲੀਡਰਸ਼ਿਪ ਠੀਕ ਫੈਸਲੇ ਲੈ ਰਹੀ? ਕੀ ਅਸੀਂ ਮੌਕੇ ਦੇ ਉੱਤੇ ਬੋਲਣ ਤੋਂ ਝਿਜਕ ਜਾਂਦੇ ਆ, ਪਪੂਲਰ ਥਾਟਸ ਦੇ ਨਾਲ ਚੱਲਣ ਲਈ ਜਾਂ ਆਪਣੀ ਇਮੇਜ ਬਚਾਈ ਰੱਖਣ ਲਈ? ਦੂਜਾ ਅਹਿਮ ਸਵਾਲ ਆ ਕਿ ਕੀ ਅਸੀਂ ਇਹਨਾਂ ਮੌਕਿਆਂ ਦੇ ਉੱਤੇ ਜਿਹੜੇ ਸਿਸਟਮ ਨੇ ਵਰਕ ਕਰਨਾ ਉਹਨੂੰ ਤਹਿਸ ਨਹਿਸ ਕਰਨ ਤੇ ਉਤਾਰੂ ਨਹੀਂ ਹੁੰਦੇ? ਅੱਜ ਜੇ ਅਸੀਂ ਸਭ ਤੋਂ ਵੱਡਾ ਸਵਾਲ ਚੁੱਕਦੇ ਹਾਂ ਤੇ ਸਭ ਤੋਂ ਪਹਿਲੀ ਸਾਡੇ ਲਈ ਦੋਸ਼ੀ ਹੁੰਦੇ ਆ ਪੁਲਿਸ ਇੰਪਲਾਈ ਅਫਸਰ, ਜਾਂ ਅਸੀਂ ਝੱਟ ਸਸਪੈਂਡ ਕਰਦੇ ਹਾਂ, ਬਰਖਾਸਤ ਕਰ ਦਿੰਦੇ ਹਾਂ। ਪਰ ਅਸੀਂ ਸਮਝਦੇ ਹਾਂ ਕਿ ਪੁਲਿਸ ਦਾ ਸਿਆਸੀਕਰਨ ਹੋਣਾ, ਮੁਕੰਮਲ ਸਿਆਸੀਕਰਨ ਹੋਣਾ, ਤੇ ਉਸ ਤੋਂ ਬਾਅਦ ਉਹਨੂੰ ਬਿਲਕੁਲ ਹੀ ਨਿਹੱਥੇ ਕਰ ਦੇਣਾ। ਅੱਜ ਪੁਲਿਸ ਸਾਈਡ ਤੇ ਮੂਕ ਦਰਸ਼ਕ ਬਣੀ ਖੜੀ ਰਹਿੰਦੀ ਆ। ਕਿੰਨੇ ਕਰਤੀ? ਕਪੂਰਥਲੇ ਦੇ ਵਿੱਚ 200 ਪੁਲਿਸ ਵਾਲੇ ਐਸਐਸਪੀ ਦੀ ਅਗਵਾਈ 'ਚ ਖੜੇ ਰਹਿੰਦੇ ਆ ਔਰ ਇੱਕ ਬੰਦਾ ਕਤਲ ਹੋ ਜਾਂਦਾ। ਬਾਅਦ ਦੇ ਵਿੱਚ ਅਸੀਂ ਕਹਿੰਦੇ ਮੈਂਟਲੀ ਰਿਟਾਰਡਡ ਸੀਗਾ। ਸਾਨੂੰ ਕੌਣ ਇਤਿਹਾਸ ਦੇ ਵਿੱਚ ਮਾਫ ਕਰੂਗਾ? ਇਸ ਆਪ ਖੁਦਰਾਪਣ ਨੂੰ ਕਿੱਥੇ ਲੈ ਕੇ ਜਾਓਗੇ? ਬੋਲਣਾ ਤਾਂ ਪੈਣਾ, ਭਾਵੇਂ ਤੁਸੀਂ ਕਟਹਿਰੇ 'ਚ ਖੜੇ ਹੋ ਕੇ ਲੋਕਾਂ ਦੀਆਂ ਗਾਲਾਂ ਦੇ ਸ਼ਿਕਾਰ ਹੋ ਜਾਓ, ਤੁਹਾਨੂੰ ਬੋਲਣਾ ਪਊਗਾ। ਅਸੀਂ ਆਪਣੇ ਬੱਚਿਆਂ ਨੂੰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ ਭੇਜਣ ਲੱਗੇ ਕਹਿੰਦੇ ਜਾ ਪੁੱਤ, ਉੱਥੇ ਵਧੀਆ ਸਿਸਟਮ ਹੈ, ਤੇ ਇੱਥੇ ਸਿਸਟਮ ਨੂੰ ਆਪ ਕੁਚਲਣ ਲੱਗੇ ਮਿੰਟ ਨਹੀਂ ਲਾਉਂਦੇ। ਹੁਣ ਸਵਾਲ ਆ ਵਾਪਰੇ ਘਟਨਾਕ੍ਰਮ ਤੇ ਇੱਕ ਨਜ਼ਰਸਾਨੀ ਕਰਨ ਦਾ ਕਿ ਇਹਦੇ ਵਿੱਚ ਸਭ ਤੋਂ ਵੱਧ ਬੈਨੀਫਿਟ ਕਿਹਨੂੰ ਹੋਇਆ। ਇਸ ਵੇਲੇ ਜੇ ਗ੍ਰਾਫ ਦੇ ਨਜ਼ਰੀਏ ਤੋਂ ਗੱਲ ਕਰੋਗੇ ਤਾਂ ਸਭ ਤੋਂ ਵੱਡਾ ਚਿਹਰਾ, ਪੰਜਾਬੀਅਤ ਦਾ ਚਿਹਰਾ ਜਿਹੜਾ ਉਹ ਨਿੱਤਰ ਕੇ ਤੇ ਨਿਖਰ ਕੇ ਸਾਹਮਣੇ ਆਉਂਦਾ, ਚਰਨਜੀਤ ਸਿੰਘ ਚੰਨੀ। ਇੰਝ ਲੱਗਦਾ ਜਿਵੇਂ ਪੰਜਾਬ ਵੱਲ ਇਹ ਬੰਦਾ ਖਲੋਤਾ ਜਿਹਨੇ ਠੀਕ ਫੈਸਲਾ ਲਿਆ। ਇਹ ਤਾਂ ਅੱਗੇ ਜਾ ਕੇ ਦੇਖਿਆ ਜਾਊਗਾ ਨਾ ਕਿ ਫੈਸਲਾ ਠੀਕ ਸੀ ਜਾਂ ਨਹੀਂ, ਲੇਕਿਨ ਚਰਨਜੀਤ ਸਿੰਘ ਚੰਨੀ ਕਹਿੰਦੇ ਕਿ ਮੈਂ ਆਪਣੇ ਲੋਕਾਂ ਦੇ ਗੋਲੀਆਂ ਜਾਂ ਡਾਂਗਾ ਮਾਰਦਾ, ਉਦੋਂ ਉਹ ਲੋਕਾਂ ਦੀ ਨਜ਼ਰ 'ਚ ਹੀਰੋ ਬਣਦੇ ਆ। ਇਸੇ ਮੌਕੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਵਿਲਨ ਨਜ਼ਰ ਆਉਂਦੇ ਆ ਜਦੋਂ ਉਹ ਰਾਸ਼ਟਰਪਤੀ ਰਾਜ ਦੀ ਮੰਗ ਕਰਦੇ ਆ। ਇਸੇ ਮੌਕਿਆਂ ਤੇ ਬਾਦਲਕਿਆਂ ਦੀ ਨੇੜਤਾ ਬੀਜੇਪੀ ਨਾਲ ਲੱਗਦੀ ਹੈ। ਇੰਝ ਲੱਗਦਾ ਜਿਵੇਂ ਇੱਕ ਵਾਰੀ ਫਿਰ ਰਿਸ਼ਤੇ ਟੁੱਟੇ ਹੋਏ ਜੁੜਨ ਵੱਲ ਵੱਧ ਰਹੇ। ਤੇ ਆਮ ਆਦਮੀ ਪਾਰਟੀ ਦੁਬਦਾ ਦਾ ਸ਼ਿਕਾਰ ਨਜ਼ਰ ਆਉਂਦੀ ਹੈ। ਉਹ ਦੋਹਰੇ ਮਾਪਦੰਡ ਲੈ ਕੇ ਚੱਲਦੇ ਪਏ, ਇੱਕ ਫੈਸਲਾ ਨਹੀਂ ਲੈ ਪਾ ਰਹੇ। ਇਸੇ ਮੌਕੇ ਤੇ ਚੰਨੀ ਲਈ ਉਹਦੀ ਹਾਈ ਕਮਾਂਡ ਕੁਝ ਹੋਰ ਤਰੀਕੇ ਨਾਲ ਵਿਚਰਦੀ ਨਜ਼ਰ ਆਉਂਦੀ ਹੈ। ਇਹ ਤਾਂ ਹੈਗਾ ਇਹ ਜਿਹੜਾ ਅਸੀਂ ਜਿਹਦੇ ਉੱਤੇ ਅੱਗੇ ਗੱਲ ਵਧਾਉਣੀ ਹੈ ਕਿ ਜੋ ਵਾਪਰਿਆ। ਹੁਣ ਕੁਝ ਖਬਰਾਂ ਐਸੀਆਂ ਵੀ ਨੇ ਕਿ ਇਸ ਆਪ ਹੁਦਰੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਇਹਦੇ ਵਿੱਚ ਜਦੋਂ ਕਿਸਾਨ ਜਥੇਬੰਦੀਆਂ ਦਾ ਬਿਆਨ ਆਉਂਦਾ ਕਿ ਭੁਲੇਖੇ ਨਾਲ ਪ੍ਰਧਾਨ ਮੰਤਰੀ ਰੋਕੇ ਗਏ, ਦੂਜੇ ਬੰਨੇ ਦਰਸ਼ਨਪਾਲ ਔਰ ਕੁਝ ਹੋਰ ਲੋਕ ਕਹਿ ਰਹੇ ਆ ਕਿ ਜਾਂਚ ਹੋਵੇ, ਸਾਡੇ ਤੇ ਦੋਸ਼ ਨਾ ਮੜੋ। ਅਜੇ ਰਾਜੇਵਾਲ ਨੇ ਬੋਲਣਾ ਹੈ। ਕਿਸਾਨ ਜਥੇਬੰਦੀਆਂ ਜ਼ਿੰਮੇਵਾਰ ਭਾਵੇਂ ਨਹੀਂ, ਲੇਕਿਨ ਕੁੱਲ ਮਿਲਾ ਕੇ ਉਂਗਲ ਤਾਂ ਉੱਠਦੀ ਆ ਕਿ ਜਦੋਂ ਤੁਸੀਂ ਇੱਕ ਬਹੁਤ ਵੱਡੀ ਜਿੱਤ ਦਰਜ ਕਰ ਲਈ, ਦਿੱਲੀ ਦੇ ਵਿੱਚੋਂ ਜਿੱਤ ਦਰਜ ਕਰਕੇ ਆ ਗਏ, ਤੁਸੀਂ ਆਪ ਡੈਮੋਕ੍ਰੈਟਿਕ ਸੈਟਅਪ ਦਾ ਹਿੱਸਾ ਬਣ ਲਈ, ਸੰਯੁਕਤ ਸਮਾਜ ਮੋਰਚਾ ਉਸਾਰ ਲਿਆ, ਤਾਂ ਫਿਰ ਦੂਜਿਆਂ ਨੂੰ ਰੋਕਣ ਲੱਗਿਆ ਤੁਹਾਡੇ ਤੇ ਸਵਾਲ ਉੱਠੂਗਾ ਕਿ ਇਹ ਆਪ ਹੁਦਰਾਪਣ ਹੈ ਕਿ ਤੁਸੀਂ ਆਪ ਤਾਂ ਚੋਣਾਂ ਲੜਨਾ ਚਾਹੁੰਦੇ ਹੋ, ਦੂਜਿਆਂ ਨੂੰ ਧੱਕੇ ਨਾਲ ਰੋਕਣਾ ਚਾਹੁੰਦੇ ਹੋ। ਜਿਹੜੇ ਪੁਲਿਸ ਤੇ ਡਰ ਆ, ਸਿਆਸੀ ਲੋਕਾਂ ਦੇ ਡਰ ਆ ਕਿ ਅੰਦੋਲਨਕਾਰੀਆਂ ਨੂੰ ਨਾ ਰੋਕੋ। ਅਖੀਰ ਦੇ ਵਿੱਚ ਅੰਦੋਲਨਕਾਰੀਆਂ ਦਾ ਕੁਝ ਪੁੱਤ ਜਾਂ ਕੋਈ ਹੋਰ ਰਿਸ਼ਤਾ ਜਦੋਂ ਇਹਨਾਂ ਥਾਵਾਂ ਤੇ ਘਿਰਿਆ ਹੋਊਗਾ, ਜਦੋਂ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਕਹਿੰਦੇ ਕਿ ਮੈਂ 40 ਮਿੰਟ ਰੁਕਿਆ ਰਿਹਾ, ਇਹਨਾਂ ਚੀਜ਼ਾਂ ਦੇ ਵੱਡੇ ਅਰਥ ਨੇ। ਹੁਣ ਇਹਨਾਂ ਨੂੰ ਇੱਕ ਪਾਸਿਓਂ ਲੈ ਲਈਏ, ਇੱਕ ਪਾਸੇ ਰੱਖ ਲਈਏ। ਚੋਣ ਕਮਿਸ਼ਨ ਦੀਆਂ ਸਰਗਰਮੀਆਂ ਵੀ ਨੇ, ਕਮੇਟੀਆਂ ਬਣ ਗਈਆਂ, ਕਮਿਸ਼ਨ ਬਣ ਗਏ। ਤਾਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹੈ ਕਿ ਸਾਡਾ ਸਿੱਧਾ ਨਜ਼ਲਾ ਪੁਲਿਸ ਤੇ ਡਿੱਗਦਾ ਹੈ, ਤੇ ਮੈਨੂੰ ਜ਼ਰੂਰ ਦੱਸਿਓ ਕਿ ਪੁਲਿਸ ਨੂੰ ਅਸੀਂ ਇੰਨੀ ਨਿਆਸਰੀ ਕਰਤਾ ਹੈ ਕਿ ਉਹ ਫੈਸਲਾ ਲੈਣ ਲੱਗਿਆਂ ਡਰਦੇ ਆ ਕਿ ਕੱਲ ਨੂੰ ਸਾਡੇ ਮਗਰ ਖਲੋਣਾ ਕਿੰਨੇ ਆ।
ਆਖਰ ਅਸੀਂ ਕਿਸ ਸਮਾਜ ਵੱਲ ਤੇ ਕਿਸ ਸਿਸਟਮ ਨੂੰ ਬਣਾਉਣ ਵੱਲ ਵੱਧ ਰਹੇ ਹਾਂ? ਮੈਨੂੰ ਜ਼ਰੂਰ ਦੱਸਿਓ, ਫਿਰ ਅੱਗੇ ਵੱਧਦੇ ਹਾਂ ਜੀ। ਖਬਰਾਂ ਕਾਫੀ ਨੇ। ਤੁਹਾਡੀ ਗੱਲ ਬਿਲਕੁਲ ਠੀਕ ਆ। ਜਦੋਂ ਤੋਂ ਪੁਲਿਸ ਦਾ ਸਿਆਸੀਕਰਨ ਹੋਇਆ, ਜੀ ਉਦੋਂ ਤੋਂ ਪੁਲਿਸ ਦੇ ਅੰਦਰ, ਪੁਲਿਸ ਮਹਿਕਮੇ ਦੇ ਅੰਦਰ ਜਿਹੜੀ ਕਿ ਇੱਕ ਬਹੁਤ ਅਨੁਸ਼ਾਸਨਿਕ ਇੱਕ ਵਿੰਗ ਆ, ਇੱਕ ਡਿਸਪਲਿਨਰੀ ਫੋਰਸ ਆ, ਉਸ ਦੀ ਲਗਭਗ ਜਿਹੜੀ ਚੇਨ ਆਫ ਕਮਾਂਡ ਆ ਉਹ ਟੁੱਟ ਜੀ ਗਈ ਆ। ਤੁਸੀਂ ਦੇਖੋ ਕਿ ਜਦੋਂ ਥੱਲੜੇ ਅਫਸਰ, ਖਾਸ ਤੌਰ ਤੇ ਜਿਹੜੇ ਨਾਨ ਗੈਸਟਡ ਆਫੀਸਰਸ ਆ, ਉਹ ਜਦੋਂ ਜੀ ਆਪਣੀਆਂ ਸਿਫਾਰਸ਼ਾਂ ਲਾ ਕੇ ਸਿਆਸੀ ਨੇਤਾਵਾਂ ਤੋਂ ਉਹ ਕਿਤੇ ਨਾ ਕਿਤੇ ਬਦਲੀਆਂ ਲੈ ਲੈਂਦੇ ਨੇ, ਤੇ ਫਿਰ ਜਿਹੜੇ ਉੱਚ ਅਧਿਕਾਰੀ ਹੁੰਦੇ ਨੇ, ਸੀਨੀਅਰ ਅਫਸਰ ਹੁੰਦੇ ਨੇ, ਉਹਨਾਂ ਨੂੰ ਹੁਕਮ ਦੇਣ ਲੱਗਿਆ ਉਹਨਾਂ ਤੇ ਕਈ ਤਰ੍ਹਾਂ ਦੇ ਪ੍ਰੈਸ਼ਰਸ ਹੁੰਦੇ ਆ। ਇਹਨਾਂ ਜੀ ਸਾਰੀਆਂ ਚੀਜ਼ਾਂ ਨੂੰ ਦੇਖ ਕੇ, ਅਤੇ ਜਦੋਂ ਸਰਕਾਰਾਂ ਇਹਨਾਂ ਪੁਲਿਸ ਅਧਿਕਾਰੀਆਂ ਦਾ ਗਲਤ ਇਸਤੇਮਾਲ ਕਰਦੀਆਂ, ਆਪਣੇ ਸਿਆਸੀ ਹਿੱਤਾਂ ਕਾਰਨ ਉਹਨਾਂ ਦਾ ਇਸਤੇਮਾਲ ਕਰਦੀਆਂ, ਤੇ ਫਿਰ ਪੁਲਿਸ ਦਾ ਕਿਤੇ ਨਾ ਕਿਤੇ ਸਿਆਸੀਕਰਨ ਜ਼ਰੂਰ ਹੋ ਜਾਂਦਾ। ਇਸੇ ਗੱਲ ਨੂੰ ਧਿਆਨ ਰੱਖ ਕੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਸੋਧਾਂ ਕੀਤੀਆਂ ਗਈਆਂ ਕਿ ਪੁਲਿਸ ਨੂੰ ਘੱਟੋ ਘੱਟ ਸਿਆਸੀ ਨੇਤਾਵਾਂ ਤੋਂ ਦੂਰ ਰੱਖਿਆ ਜਾਵੇ, ਉਹਨਾਂ ਦਾ ਸਿਆਸੀਕਰਨ ਨਾ ਹੋਵੇ। ਜੀ ਇਹ ਗੱਲ ਬਿਲਕੁਲ ਤੁਹਾਡੀ ਠੀਕ ਆ ਕਿ ਅਸੀਂ ਅਕਸਰ ਬਹੁਤ ਛੋਟੀਆਂ ਘਟਨਾਵਾਂ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਆ, ਲੇਕਿਨ ਇਸ ਦੇ ਵਿੱਚ ਪੁਲਿਸ ਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਪਊਗੀ। ਚਾਹੇ ਉਹਨਾਂ ਦੇ ਡਾਇਰੈਕਟਰ ਜਨਰਲ ਪੁਲਿਸ ਹੋਣ, ਚਾਹੇ ਉਹਨਾਂ ਦਾ ਹੋਮ ਐਂਡ ਜਸਟਿਸ ਡਿਪਾਰਟਮੈਂਟ ਹੋਵੇ, ਇਹਨਾਂ ਨੂੰ ਵੀ ਇੱਕ ਇੰਟਰੋਸਪੈਕਸ਼ਨ ਕਰਨੀ ਪਊਗੀ ਕਿ ਅਸੀਂ, ਕਿਉਂਕਿ ਇਹੀ ਜਿਹੜੀ ਪੁਲਿਸ ਆ ਕਈ ਵਾਰੀ ਬਹੁਤ ਵਧੀਆ ਪਰਫਾਰਮ ਕਰਦੀ ਆ, ਪਰ ਜਦੋਂ ਆਮ ਜ਼ਿੰਦਗੀ ਦੇ ਵਿੱਚ ਲੋਕਾਂ ਦੀ ਪੁਲਿਸਿੰਗ ਦੀ ਗੱਲ ਆਉਂਦੀ ਆ, ਉੱਥੇ ਇਹ ਬਹੁਤ ਨਕਾਰਾ ਪਾਈ ਜਾਂਦੀ ਆ, ਬਹੁਤ ਨਿਕੰਮੀ ਪਾਈ ਜਾਂਦੀ ਆ। ਮੈਂ ਕੱਲ ਐਗਜ਼ਾਮਪਲ ਦੇ ਰਿਹਾ ਸੀਗਾ, ਹੇਟ ਕ੍ਰਾਈਮਸ ਹੋਣ, ਆਮ ਜ਼ਿੰਦਗੀ ਦੇ ਵਿੱਚ ਪੈਟੀ ਕ੍ਰਾਈਮ ਜਿਹਨੂੰ ਅਸੀਂ ਕਹਿੰਦੇ ਆ, ਕਿਸੇ ਦੀ ਚੇਨ ਖੋਈ ਗਈ, ਛੋਟੇ ਜਿਹੜੇ ਕ੍ਰਾਈਮਸ, ਉਹ ਜਦੋਂ ਲੋਕ ਜਾਂਦੇ ਆ ਤੇ ਉਹਨਾਂ ਦੇ ਵਿੱਚ ਇਨਸਾਫ ਕਰਨ ਦੇ ਵਿੱਚ ਬਿਲਕੁਲ ਨਾਕਾਮਯਾਬ ਹੁੰਦੀ ਹੈ। ਇਸੇ ਕਰਕੇ ਪੁਲਿਸ ਦਾ ਤੁਸੀਂ ਦੇਖੋ, ਇਨਵੈਸਟੀਗੇਸ਼ਨ, ਇਹਨਾਂ ਦੀ ਡਿਟੈਕਸ਼ਨ, ਔਰ ਉਸ ਤੋਂ ਬਾਅਦ ਇਹਨਾਂ ਦਾ ਕਨਵਿਕਸ਼ਨ ਰੇਟ ਬਹੁਤ ਲੋ ਆ। ਸੋ ਇਸ ਕਰਕੇ ਤੁਹਾਡੀ ਗੱਲ ਦਾ ਮੈਂ ਬਿਲਕੁਲ ਸਮਰਥਨ ਕਰਦਾ ਕਿ ਕਿਤੇ ਨਾ ਕਿਤੇ ਪੁਲਿਸ ਨੂੰ ਪ੍ਰੋਫੈਸ਼ਨਲ ਫੋਰਸ ਜ਼ਰੂਰ ਬਣਾਉਣਾ ਚਾਹੀਦਾ, ਤੇ ਪੁਲਿਸ ਦੇ ਅੰਦਰ ਲੋਕਾਂ ਪ੍ਰਤੀ ਸੰਵੇਦਨਸ਼ੀਲ ਵੀ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਲੋਕਾਂ ਲਈ ਹੀ ਪੁਲਿਸਿੰਗ ਕਰਦੇ ਆ। ਉਹ ਕੋਈ ਆਪਣੇ ਲਈ ਜਾਂ ਖਾਸ ਤੌਰ ਤੇ VVIPs ਲਈ ਪੁਲਿਸਿੰਗ ਨਹੀਂ ਕਰਦੇ, ਉਹ ਆਮ ਲੋਕਾਂ ਦੀ ਪੁਲਿਸ ਆ। ਇਹ ਸਾਰਾ ਬੈਲੈਂਸ ਬਿਠਾਉਣਾ ਰੰਧਾਵਾ ਜੀ ਬਹੁਤ ਜ਼ਰੂਰੀ ਆ। ਜੀ ਰੰਧਾਵਾ। ਮਨਪ੍ਰੀਤ ਜੀ, ਦੋ ਸਰਕਾਰਾਂ ਦੇ ਪੱਧਰ ਤੇ 5 ਦੀ ਰੈਲੀ ਨੂੰ ਲੈ ਕੇ ਜਾਂਚ ਬਿਠਾਈ ਗਈ ਹੈ। ਪਹਿਲੀ ਗੱਲ ਤੇ ਮੈਨੂੰ ਲੱਗਦਾ ਕਿ ਕੇਂਦਰ ਨੂੰ ਇੰਨੇ ਸੰਵੇਦਨਸ਼ੀਲ ਹੋਣ ਦੀ ਇਹਦੇ ਤੇ ਲੋੜ ਨਹੀਂ। ਗੱਲ ਹੋਈ, ਗੱਲ ਚਲੇਗੀ, ਇਸ ਤੋਂ ਅੱਗੇ ਵਧਣਾ ਚਾਹੀਦਾ। ਆਪਣੇ ਸੂਬੇ ਦੇ ਨਾਲ ਇਸ ਤਰ੍ਹਾਂ ਟਕਰਾਅ ਚ ਆਉਣਾ ਕੋਈ ਬਹੁਤਾ ਠੀਕ ਨਹੀਂ। ਨੋ ਡਾਊਟ ਪ੍ਰਧਾਨ ਮੰਤਰੀ ਨਹੀਂ ਪਹੁੰਚ ਸਕੇ, ਰੋਕਣਾ ਉਹਨਾਂ ਨੂੰ ਗਲਤ ਸੀਗਾ। ਉਹਨਾਂ ਦੀ ਰੈਲੀ ਦੇ ਵਿੱਚ ਲੋਕ ਰੋਕੇ ਗਏ, ਇਹ ਬੀਜੇਪੀ ਨੇ ਕਿਹਾ। ਰੈਲੀ ਦੇ ਵਿੱਚ ਲੋਕ ਨਹੀਂ ਸੀਗੇ, ਇਹ ਵੱਖਰੇ ਪਹਿਲੂ ਨੇ। ਔਰ ਜੋ ਵਾਪਰਿਆ ਉਹਨੂੰ ਕਿਸੇ ਨੇ ਵੀ, ਸਿਆਣੇ ਬੰਦੇ ਨੇ ਠੀਕ ਨਹੀਂ ਕਿਹਾ, ਦੇਸ਼ ਪੱਧਰ ਤੇ ਔਰ ਪੰਜਾਬ ਦੇ ਪੱਧਰ ਤੇ। ਉਹ ਅਲੱਗ ਗੱਲ ਆ ਕਿ ਜਜ਼ਬਾਤ ਕਿਸੇ ਵੇਲੇ ਕਿਸੇ ਹੋਰ ਦੇਸ਼ਾਂ ਨੂੰ ਵੀ ਚੱਲਦੇ ਆ, ਉਹ ਰਿਲੇਟ ਕਰਦੇ ਆ, ਉਹ 1.5 ਸਾਲ ਨਾਲ ਰਿਲੇਟ ਕਰਦੇ ਆ ਦਿੱਲੀ ਦੇ ਬਾਰਡਰਸ ਨਾਲ। ਆਪਾਂ ਉਹਨੂੰ ਪਲ ਦੀ ਪਲ ਰੱਖ ਲਈਏ। ਪ੍ਰਧਾਨ ਮੰਤਰੀ ਨੂੰ ਤੇ ਉਹਨਾਂ ਦੇ ਅਮਲੇ ਫੈਲੇ ਨੂੰ ਤੇ ਉਹਨਾਂ ਦੀ ਕੈਬਨਿਟ ਨੂੰ ਵੀ ਇਸੇ ਨਜ਼ਰੀਏ ਨਾਲ ਵੇਖਣਾ ਚਾਹੀਦਾ ਕਿ ਰੋਸ ਇੱਕ ਵਰਗ 'ਚ ਹੋ ਸਕਦਾ, ਪਰ ਹੁਣ ਇਹ ਤੋਂ ਅੱਗੇ ਵਧਣਾ ਚਾਹੀਦਾ, ਬਜਾਏ ਇਹਦੇ ਕਿ ਅਸੀਂ ਛੋਟੀਆਂ ਚੀਜ਼ਾਂ ਨੂੰ, ਹਾਲਾਂਕਿ ਸਿਆਸਤ ਵਿੱਚ ਵਰਤੀਆਂ ਹੀ ਜਾਂਦੀਆਂ। ਮੈਂ ਜ਼ਰੂਰ ਚਾਹੂੰਗਾ ਕਿ ਤੁਸੀਂ ਇਹ ਦੋ, ਇੱਕ ਤਾਂ ਪੰਜਾਬ ਸਰਕਾਰ ਦਾ ਕਮਿਸ਼ਨ ਔਰ ਉਹਨਾਂ ਦੀ 3 ਮੈਂਬਰੀ ਕਮੇਟੀ, ਇਹਦੇ ਤੇ ਜ਼ਰੂਰ ਟਿੱਪਣੀ ਦਿਓ ਕਿ ਕਿਹੜੇ ਤੱਥ ਖੰਗਾਲਣਗੇ, ਇਨਵੈਸਟੀਗੇਟ ਕਰਨਗੇ, ਆਖਿਰ ਚ ਨਿਕਲੂਗਾ ਕੀ। ਹਾਲਾਂਕਿ ਮੈਂ ਕੱਲ ਇੱਕ ਦਾਅਵਾ ਕੀਤਾ ਸੀ, ਜੋ ਅਨਾਉਂਸਮੈਂਟਸ ਹੋਣੀਆਂ ਸੀ ਉਹਦੇ ਸੰਬੰਧੀ ਚੰਡੀਗੜ੍ਹ ਸੱਤਾ ਦੇ ਗਲਿਆਰਿਆਂ ਤੋਂ ਵੀ ਇੱਕ ਸੂਚਨਾ ਸੀ ਕਿ ਇਹਨਾਂ ਦੇ ਵਿੱਚੋਂ, ਇਹਨਾਂ ਜਿਹੜੇ ਘੋਸ਼ਣਾਵਾਂ ਸੀ, ਇਹਨਾਂ ਦੇ ਵਿੱਚੋਂ ਪੰਜਾਬ ਸਰਕਾਰ ਤੋਂ ਵੀ ਸੁਜੈਸ਼ਨ ਮੰਗੇ ਗਏ ਸੀ। ਔਰ ਮੋਰ ਦੈਨ 80% ਪੰਜਾਬ ਸਰਕਾਰ ਦੀਆਂ ਇਹੀ ਡਿਮਾਂਡ ਸੀਗੀਆਂ ਜਿਹੜੀਆਂ ਕੱਲ ਕੇਂਦਰ ਦੇ ਅੰਦਰੋਂ ਅਸੀਂ ਖੰਗਾਲ ਕੇ ਕੱਢ ਕੇ ਲਿਆਏ ਸੀਗੇ ਕਿ ਪ੍ਰਧਾਨ ਮੰਤਰੀ ਕੀ ਅਨਾਉਂਸ ਕਰਨ ਵਾਲੇ ਸੀ। ਇਹ PMO ਵੱਲੋਂ ਪੰਜਾਬ ਸਰਕਾਰ ਤੋਂ ਸੁਜੈਸ਼ਨ ਦੇ ਰੂਪ ਵਿੱਚ, ਮੰਗ ਦੇ ਰੂਪ ਦੇ ਵਿੱਚ ਕਿ ਪੰਜਾਬ ਦੀਆਂ ਮੰਗਾਂ ਕੀ ਨੇ। ਇਹ ਇਧਰੋਂ ਵੀ ਇੱਕ ਪੱਤਰ ਗਿਆ ਸੀ ਤੇ ਉਧਰੋਂ ਇੱਕ ਪੱਤਰ ਆਇਆ ਸੀ। ਇਹਦੀ ਪੁਸ਼ਟੀ ਮੈਂ ਅੱਗੇ ਜਾ ਕਰੂੰਗਾ। ਪਹਿਲਾਂ ਇਹ 2 ਕਮੇਟੀਆਂ ਤੇ ਕਮਿਸ਼ਨ ਜਿਹੜਾ, ਦੇਖੋ ਰੰਧਾਵਾ ਜੀ, ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਕਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਹੋਣਾ ਨੇ, ਮੁੱਖ ਮੰਤਰੀ ਨੇ ਕਿਹਾ ਸੀ ਕਿ ਅਸੀਂ ਇਸ ਤੇ ਇਨਕੁਆਇਰੀ ਕਰਾਵਾਂਗੇ, ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ 2 ਮੈਂਬਰੀ ਕਮੇਟੀ ਬਣਾਤੀ ਹੈ। ਸਾਬਕਾ ਜਿਹੜੇ ਕਾਰਜਕਾਰੀ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀ, ਮਹਿਤਾਬ ਸਿੰਘ ਗਿੱਲ, ਤੇ ਇਸੇ ਤਰ੍ਹਾਂ ਅਨੁਰਾਗ ਵਰਮਾ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਵੀ ਨੇ ਤੇ ਹੋਮ ਐਂਡ ਜਸਟਿਸ ਡਿਪਾਰਟਮੈਂਟ ਦੇ ਸੈਕਟਰੀ ਵੀ ਨੇ। ਇਹਨਾਂ ਦੋਨਾਂ ਮੈਂਬਰਾਂ ਦੀ ਉਹਨਾਂ ਨੇ ਕਮੇਟੀ ਬਣਾਤੀ। ਇਸੇ ਤਰ੍ਹਾਂ ਸੈਂਟਰ ਨੇ ਵੀ 3 ਮੈਂਬਰੀ ਕਮੇਟੀ ਬਣਾਤੀ ਆ।
ਜਿਹੜੇ ਕਿ ਇਸ ਮਾਮਲੇ ਨੂੰ ਲੈ ਕੇ ਕਿ ਕਿੱਥੇ-ਕਿੱਥੇ ਕੁਤਾਹੀ ਹੋਈ ਹੈ, 15-20 ਮਿੰਟ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਲਾਈਓਵਰ ਤੇ ਕਿਉਂ ਰੁਕਣਾ ਪਿਆ, ਇਸ ਮਾਮਲੇ ਨੂੰ ਜ਼ਰੂਰ ਦੇਖਣਗੇ। ਲੇਕਿਨ ਮੈਂ ਇਸ ਵਿੱਚ ਇੱਕ ਹੋਰ ਗੱਲ ਕਹਿਣਾ ਚਾਹੁੰਦਾ। ਜੀ ਦੇਖੋ, ਜਿਹੜਾ ਐਸਪੀਜੀ ਆ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ, ਮੈਂ ਰੰਧਾਵਾ ਜੀ ਆਪਣਾ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਸੰਨ 2019 ਦੇ ਵਿੱਚ ਇਸ ਵਿੱਚ ਸੋਧ ਕੀਤੀ ਗਈ ਸੀ। ਸੋਧ ਕਰਕੇ ਇਹਨੂੰ ਕੇਵਲ ਤੇ ਕੇਵਲ ਇਹ ਸਿਰਫ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ। ਲਗਭਗ 3000 ਬੰਦਾ ਹੁੰਦਾ ਇਹਦੇ ਵਿੱਚ ਤੇ 592.5 ਕਰੋੜ ਦਾ ਇਹਦਾ ਬਜਟ ਆ। ਪਿਛਲੀ ਵਾਰੀ ਇਸੇ ਬਜਟ ਦੇ ਵਿੱਚ 10% ਇਹਦਾ ਬਜਟ ਵਧਾਇਆ ਗਿਆ ਸੀ ਜੀ। ਇਸ ਦੇ ਘੇਰੇ ਦੇ ਵਿੱਚ ਇਹਨਾਂ ਦੀ ਸੁਰੱਖਿਆ ਦੇ ਵਿੱਚ ਹੋਰ ਕੋਈ ਵਿਅਕਤੀ ਨਹੀਂ ਆਉਂਦਾ। ਬਾਕੀ ਵੀ ਜਿਹੜਾ ਸੀਗਾ, ਜੇ ਆਪਾਂ ਗਾਂਧੀ ਪਰਿਵਾਰ ਦੀ ਗੱਲ ਕਰ ਲਈਏ ਜਾਂ ਹੋਰ, ਉਹਨਾਂ ਦੀ ਸਾਰੀ ਜ਼ਿੰਮੇਵਾਰੀ Z+ ਦੀ CRPF ਨੂੰ ਦੇ ਦਿੱਤੀ ਹੈ। ਸੋ ਇਸ ਕਰਕੇ ਐਸਪੀਜੀ ਦੀ, ਨੈਸ਼ਨਲ ਸਿਕਿਉਰਿਟੀ ਗਾਰਡ ਦੀ, NSG ਦੀ ਜਾਂ ਇੰਟੈਲੀਜੈਂਸ ਬਿਊਰੋ ਦੀ, ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਆ। ਅਸੀਂ ਪੰਜਾਬ ਪੁਲਿਸ ਤੋਂ ਜ਼ਰੂਰ ਉਹਨਾਂ ਤੋਂ ਵੀ ਜਿਹੜੇ ਆ ਜਵਾਬ ਲੈਣੇ ਚਾਹੀਦੇ ਆ। DGP ਸਾਹਿਬ ਨੂੰ ਵੀ, ਬਲਕਿ ਮੈਂ ਤਾਂ ਕਹਿੰਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰਾ ਕੁਝ ਸਾਫ਼ ਕਰਨਾ ਚਾਹੀਦਾ। ਲੇਕਿਨ ਨਾਲ ਦੀ ਨਾਲ ਐਸਪੀਜੀ, NSG ਜਾਂ IB ਦੀ ਵੀ ਜਿਹੜੀ ਹੈ ਜ਼ਿੰਮੇਵਾਰੀ, ਉਸ ਦੀ ਅਸੀਂ ਅਣਦੇਖੀ ਨਹੀਂ ਕਰ ਸਕਦੇ। ਉਹਨਾਂ ਨੂੰ ਵੀ ਦੱਸਣਾ ਚਾਹੀਦਾ। ਇੱਕ ਮੈਂ ਇੱਕ ਲਾਈਨ ਦੀ ਇਹਦੇ ਚ ਐਡ ਕਰਦੇ ਹਾਂ। ਕੱਲ ਦੇ ਅਸੀਂ ਇੱਕ ਪ੍ਰੋਗਰਾਮ ਚ ਭਾਸਕਰ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਕਿ ਸ਼ਾਇਦ DGP ਮੌਕੇ ਤੇ ਮੌਜੂਦ ਨਹੀਂ ਸੀ, ਪਰ ਮੈਨੂੰ ਜਿਵੇਂ ਦੱਸਿਆ ਗਿਆ, ਮੈਂ ਇਹਨੂੰ ਸਰਕਾਰੀ ਪੱਧਰ ਤੇ ਨਹੀਂ ਪਤਾ ਕੀਤਾ, ਲੇਕਿਨ ਮੈਨੂੰ ਉੱਥੇ ਜਿਹੜੇ ਸਿੰਗਰ ਵਜੋਂ ਪਹੁੰਚੇ ਸੀਗੇ ਪੰਮੀ ਬਾਈ, ਪਰਮਜੀਤ ਸਿੰਘ ਸਿੱਧੂ ਔਰ ਪੰਮੀ ਬਾਈ ਗਏ ਸੀਗੇ, ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਹੰਸਰਾਜ ਹੰਸ ਨੇ ਉਹਨਾਂ ਨੂੰ ਦੱਸਿਆ ਸੀ DGP ਸਾਹਿਬ ਉੱਥੇ ਮੌਜੂਦ ਸੀ ਰੈਲੀ ਵਾਲੇ ਸਥਾਨ ਤੇ। ਸੋ ਜਿਹੜੀ ਕੱਲ ਗੱਲ ਭਾਸਕਰ ਸਾਹਿਬ ਨੇ ਕੀਤੀ ਕਿ ਉਹਨਾਂ ਨੂੰ ਉੱਥੇ ਹੋਣਾ ਚਾਹੀਦਾ ਸੀ ਜਾਂ ਉਹ ਨਹੀਂ ਸੀਗੇ, ਅਸੀਂ ਉਹਨੂੰ ਵਾਪਸ ਲੈਨੇ ਆ। ਉਹ ਉੱਥੇ ਮੌਜੂਦ ਸੀ ਪੰਮੀ ਬਾਈ ਦੇ ਲਫ਼ਜ਼ਾਂ ਦੇ ਵਿੱਚ। ਮੈਂ ਹੁਣ ਤੁਹਾਨੂੰ ਕਹੂੰਗਾ ਕਿ ਅੱਗੇ ਤੁਸੀਂ ਗੱਲ ਕਰੋ, ਜਿਹੜੀ ਗੱਲ ਤੁਸੀਂ ਕਰ ਰਹੇ ਸੀ ਕਿ ਪੰਜਾਬ ਪੁਲਿਸ, CRP, SPG। ਜੀ ਦੇਖੋ ਰੰਧਾਵਾ ਜੀ, ਇਹ ਤੁਸੀਂ ਇੱਕ ਬਹੁਤ ਅਹਿਮ ਗੱਲ ਕੀਤੀ ਹੈ। ਦਰਅਸਲ ਕੀ ਹੋ ਰਿਹਾ, ਜਿਹੜੇ ਸਿਆਸੀ ਨੇਤਾ ਨੇ ਉਹ ਆਪਣੀਆਂ ਟਿੱਪਣੀਆਂ ਕਰੀ ਜਾ ਰਹੇ ਨੇ, ਚਾਹੇ ਉਹ ਕਾਂਗਰਸ ਦੇ ਹੋਣ, ਚਾਹੇ ਉਹ BJP ਦੇ ਹੋਣ, ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ, ਸ਼੍ਰੋਮਣੀ ਅਕਾਲੀ ਦਲ ਦੇ ਹੋਣ। ਸਾਰੇ ਲੋਕ ਜਾਂ ਆਮ ਲੋਕ ਜਾਂ ਐਕਸਪਰਟਸ, ਦਰਅਸਲ ਚਾਹੀਦਾ ਇਹ ਆ ਕਿ ਜਿਹੜੀਆਂ ਇਹ ਏਜੰਸੀਜ਼ ਆ, ਇਹ ਆ ਕੇ ਆਪਣਾ ਸਫਾਈ ਦੇਣ ਕਿ ਦਰਅਸਲ ਇਹ ਹੋਇਆ। ਲੋਕੀ ਇਹਨੂੰ ਇੰਨਾ ਹਲਕੇ ਚ ਨਾ ਲੈਣ। ਆਖਿਰਕਾਰ ਇਹ ਪ੍ਰਧਾਨ ਮੰਤਰੀ ਦਾ ਸਵਾਲ ਆ, ਕੱਲ ਨੂੰ ਕੋਈ ਵੀ ਪ੍ਰਧਾਨ ਮੰਤਰੀ ਬਣ ਸਕਦਾ। ਇੱਕ ਤਾਂ ਗੱਲ ਮੈਂ ਇਹ ਕਹਿਣਾ ਚਾਹੁੰਦਾ। ਦੂਸਰੀ, ਤੁਸੀਂ ਦੇਖੋ ਕਿ ਇਸ ਗੱਲ ਨੂੰ ਮੈਂ ਇੱਥੇ ਅੱਜ ਇਹ ਵੀ ਗੱਲ ਤੁਹਾਨੂੰ ਦੱਸਦਾ। 3 ਜਨਵਰੀ ਨੂੰ ਪ੍ਰੈਸ ਇਨਫੋਰਮੇਸ਼ਨ ਬਿਊਰੋ, ਜਿਹੜਾ ਸਰਕਾਰ ਦਾ ਹੁੰਦਾ, ਸਰਕਾਰ ਦਾ ਜਿਹੜਾ ਉਹ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਜਿਹੜਾ ਪ੍ਰਚਾਰ ਤੰਤਰ ਦਾ ਇੱਕ ਤਰ੍ਹਾਂ ਦਾ ਉਹ ਅੰਗ ਹੁੰਦਾ, PIB ਦੀ ਇੱਕ ਪ੍ਰੈਸ ਰਿਲੀਜ਼ ਆਉਂਦੀ ਆ। ਉਹ ਚ ਹੁਸੈਨੀ ਵਾਲਾ ਦਾ ਕੋਈ ਜ਼ਿਕਰ ਨਹੀਂ ਹੁੰਦਾ ਕਿ ਕੀ ਪ੍ਰਧਾਨ ਮੰਤਰੀ ਹੁਸੈਨੀ ਵਾਲਾ ਜਾਣਗੇ। 5 ਤਰੀਕ ਨੂੰ, ਯਾਨੀ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਇੱਕ ਟਵੀਟ ਕਰਦੇ ਆ ਉਸੇ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੀ ਪ੍ਰੈਸ ਰਿਲੀਜ਼ ਨੂੰ ਲੈ ਕੇ। ਉਹਦੇ ਵਿੱਚ ਵੀ ਹੁਸੈਨੀ ਵਾਲਾ ਦਾ ਕੋਈ ਜ਼ਿਕਰ ਨਹੀਂ ਹੁੰਦਾ। ਯਾਨੀ ਮੇਰਾ ਕਹਿਣ ਦਾ ਮਤਲਬ ਹੈ ਕਿ ਅਖੀਰਲੇ ਮੌਕੇ ਤੇ 140 ਕਿਲੋਮੀਟਰ ਪ੍ਰਧਾਨ ਮੰਤਰੀ ਨੂੰ ਆਪਣੇ ਕਾਫਲੇ ਦੇ ਨਾਲ ਜਾਣ ਲਈ ਕਿਹਨੇ ਕਿਹਾ, ਕਦੋਂ ਉਹ ਫੈਸਲਾ ਬਣਿਆ, ਇਹਦੀ ਜਿਹੜੇ ਸਵਾਲ ਆ, ਜਿਹੜੇ ਐਕਚੁਅਲ ਸਵਾਲ ਆ, ਉਹ ਇਹ ਆ। ਦਰਅਸਲ ਰਾਜਨੀਤੀ ਕਿਤੇ ਨਾ ਕਿਤੇ ਹਾਵੀ ਹੋ ਗਈ ਆ ਤੇ ਜਿਹੜੇ ਅਸਲੀ ਸਵਾਲ ਆ ਉਹ ਕਿਤੇ ਗਵਾਚ ਗਏ ਆ। ਸੋ ਲੋਕਾਂ ਨੂੰ ਮੂਲ ਮੁੱਦਿਆਂ ਤੇ ਜਾਂ ਜਿਹੜੇ ਐਕਸਪਰਟਸ ਨੂੰ, ਉਹਨਾਂ ਨੂੰ ਧਿਆਨ ਦੇ ਕੇ ਇਸ ਵੱਲ ਜਿਹੜਾ ਹੈ ਆਪਣੀ ਟਿੱਪਣੀ ਕਰਨੀ ਚਾਹੀਦੀ ਆ। ਬਾਕੀ ਜਿਹੜੀ ਸਿਆਸਤ ਆ ਉਹ ਆਪਣੀ ਜਗ੍ਹਾ ਤੇ ਆ। ਦੂਸਰੀ ਗੱਲ ਮੈਂ ਇੱਥੇ ਇਹ ਵੀ ਸਪਸ਼ਟ ਕਰਦਾ, ਹੁਣ ਗੱਲ ਇਹ ਬਿਲਕੁਲ ਸਾਫ਼ ਹੋ ਗਈ ਆ ਕਿ ਜਿਹੜੀਆਂ ਕੁਝ ਕਿਸਾਨ ਜਥੇਬੰਦੀਆਂ ਨੇ, ਖਾਸ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਉਹਨਾਂ ਦੇ ਚਾਹੇ ਬਲਦੇਵ ਸਿੰਘ ਜ਼ੀਰਾ ਹੋਣ, ਚਾਹੇ ਉਹਨਾਂ ਦੇ ਸਤਨਾਮ ਸਿੰਘ ਫੂਲ ਹੋਣ, ਉਹਨਾਂ ਦੇ ਬਿਆਨ ਆਏ ਆ ਕਿ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਕੋਈ ਇਲਮ ਨਹੀਂ ਸੀ, ਕਿਉਂਕਿ ਇੱਕ ਇਲਜ਼ਾਮ ਲੱਗ ਰਿਹਾ ਪੰਜਾਬ ਪੁਲਿਸ ਤੇ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਰੂਟ ਨੂੰ ਲੀਕ ਕਰਤਾ। ਉਹ ਕਹਿੰਦੇ ਅਸੀਂ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਵਿੱਚ ਪੁਤਲਾ ਫੂਕਣ ਜਾ ਰਹੇ ਸੀ, ਸਾਨੂੰ ਪੁਲਿਸ ਨੇ ਵਾਪਸ ਭਜਾਤਾ ਤੇ ਅਸੀਂ ਆ ਕੇ ਜਿੱਥੇ ਸਾਨੂੰ ਜਗ੍ਹਾ ਮਿਲੀ, ਜਿਹੜਾ ਉਹ ਪਿਆਰੇਆਣੇ ਦੇ ਕੋਲੇ ਫਲਾਈਓਵਰ ਆ, ਉੱਥੇ ਬੈਠ ਗਏ। ਉੱਥੇ ਆ ਕੇ ਉੱਥੋਂ ਦੇ SSP ਨੇ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਵਾਸਤਾ ਪਾਇਆ ਕਿ ਸਾਡੀਆਂ ਨੌਕਰੀਆਂ ਦਾ ਸਵਾਲ ਆ, ਤੁਸੀਂ ਪਲੀਜ਼ ਇੱਥੋਂ ਉੱਠ ਜਾਓ। ਉਹ ਕਹਿੰਦੇ ਸਾਨੂੰ ਯਕੀਨ ਨਹੀਂ ਹੋਇਆ, ਇਹ ਵੀਡੀਓ ਉਪਲਬਧ ਆ, ਸਾਰਾ ਕੁਝ ਉਪਲਬਧ ਆ, ਔਨ ਰਿਕਾਰਡ ਆ। ਉਹ ਕਹਿੰਦੇ ਸਾਨੂੰ ਯਕੀਨ ਨਹੀਂ ਹੋਇਆ, ਸਾਨੂੰ ਲੱਗਾ ਕਿ ਸਾਨੂੰ ਟਰਕਾ ਰਹੇ ਨੇ, ਇੱਥੋਂ ਉਠਾਉਣਾ ਚਾਹੁੰਦੇ ਆ। ਅਸੀਂ ਕਹਿੰਦੇ ਬੈਠੇ ਨੇ ਕਿ ਨਹੀਂ, ਅਸੀਂ ਨਹੀਂ ਕਿਸੇ ਦੀ ਗੱਲ ਮੰਨਣੀ। ਇਹ ਹੋਇਆ। ਸੋ ਬਾਅਦ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਣਾ ਨੇ ਵੀ ਇਹ ਗੱਲ ਕਹੀ ਆ ਕਿ ਅਸੀਂ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਇਹਦੇ ਵਿੱਚ 15 ਤੋਂ 20 ਮਿੰਟ ਜਾਂ ਅੱਧਾ ਘੰਟਾ ਲੱਗ ਸਕਦਾ ਸੀ, ਥੋੜੇ ਜਿਹੇ ਪੇਸ਼ੈਂਸ ਦੀ ਜ਼ਰੂਰਤ ਸੀ, ਅਸੀਂ ਆਲਟਰਨੇਟਿਵ ਰੂਟ ਦੇ ਦਿੱਤਾ ਸੀ। ਲੇਕਿਨ ਐਨ ਮੌਕੇ ਤੇ ਪ੍ਰਧਾਨ ਮੰਤਰੀ ਹੋਣਾ ਨੇ, ਕਿਉਂਕਿ ਆਖਰ ਫੈਸਲਾ ਜਿਹੜਾ ਉਹ SPG ਦਾ ਹੁੰਦਾ, ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਆ, ਸੋ ਉਹਨਾਂ ਨੇ ਫੈਸਲਾ ਲੈ ਲਿਆ ਤੇ ਵਾਪਸ ਜਾਣ ਦਾ ਉਹਨਾਂ ਨੇ ਫੈਸਲਾ ਕੀਤਾ। ਇਹਦੇ ਵਿੱਚ ਇੱਕ ਗੱਲ ਮੈਂ ਹੋਰ ਕਰਦਾ
ਕਿ ਜਦੋਂ ਰੈਲੀ ਹੁੰਦੀ ਹੈ ਅਕਸਰ ਕਈ ਵਾਰੀ ਬਹੁਤ ਸਾਰੇ VVIPs ਪਹੁੰਚ ਨਹੀਂ ਸਕਦੇ ਕਈ ਕਾਰਨਾਂ ਕਰਕੇ। ਇਹ ਇਤਿਹਾਸ ਦੇ ਵਿੱਚ ਵੀ ਹੋਇਆ, ਲੇਕਿਨ ਰੈਲੀ ਤਾਂ ਚੱਲ ਸਕਦੀ ਸੀ। ਜੇ ਵਾਕਿਆ ਉੱਥੇ ਬਹੁਤ ਇਕੱਠ ਹੋ ਗਿਆ ਤੇ ਉਹਨਾਂ ਨੂੰ, ਜੇ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰ ਸਕਦੇ ਸੀ ਤੇ ਬਾਕੀ ਭਾਰਤੀ ਜਨਤਾ ਪਾਰਟੀ ਦੇ ਵੀ ਲੀਡਰਸ ਆਪਣੇ ਜਿਹੜੇ ਲੋਕ ਬੁਲਾਏ ਸੀ ਉਹਨਾਂ ਨੇ, ਜਾਂ ਜਿੰਨੇ ਵੀ ਪਹੁੰਚ ਸਕੇ ਉਹਨਾਂ ਨੂੰ ਸੰਬੋਧਨ ਤਾਂ ਕਰਦੇ। ਤੇ ਤੀਸਰੀ ਗੱਲ ਮੈਂ ਇੱਥੇ ਇਹ ਕਹੂੰਗਾ ਕਿ ਜਿਹੜਾ ਕੁਝ ਲੈ ਕੇ ਆਏ ਸੀ ਪ੍ਰਧਾਨ ਮੰਤਰੀ, ਉਹ ਵੀਡੀਓ ਕਾਨਫਰੰਸਿੰਗ ਰਾਹੀਂ ਹੁਣ ਵੀ ਉਸ ਦਾ ਐਲਾਨ ਕਰ ਸਕਦੇ ਨੇ। ਆਖਿਰ ਵਿਅਕਤੀ ਵੀ ਹੋਈ ਆ, ਬਾਕੀ ਜਿਹੜੀ ਜਾਂਚ ਆ ਉਹ ਤਾਂ ਹੁੰਦੀ ਰਹੂਗੀ। ਜੀ ਰੰਧਾਵਾ ਜੀ, ਦੇਖੋ, ਪ੍ਰਧਾਨ ਮੰਤਰੀ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਬਹੁਤ ਉੱਪਰ ਵਾਲੀ ਪਾਵਰ ਹੈ, ਸਭ ਤੋਂ ਜ਼ਿਆਦਾ ਪਾਵਰ ਇਸੇ ਅਹੁਦੇ ਕੋਲ ਆ, ਔਰ ਇਹਦੀ ਗਰਮਾ ਵੀ ਬਹੁਤ ਆ। ਲੇਕਿਨ ਇਤਿਹਾਸ ਵਿੱਚ 2-3 ਵਾਰੀ ਹੋਇਆ ਕਿ ਜਦੋਂ ਪ੍ਰਧਾਨ ਮੰਤਰੀ ਬਹੁਤ ਸਟਰੋਂਗ ਰਹੇ ਆ। ਪੰਡਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਜੇ ਅੱਗੇ ਆਉਂਦੇ ਹੋ ਤੇ ਇੰਦਰਾ ਗਾਂਧੀ ਆਪਣੀ ਮਨਮਰਜ਼ੀ ਨਾਲ ਚੱਲਦੇ ਸੀਗੇ ਔਰ ਸਟਰੋਂਗ ਸੀ ਸਭ ਤੋਂ। ਤੇ ਉਸ ਤੋਂ ਬਾਅਦ ਨਰਿੰਦਰ ਮੋਦੀ ਜੀ ਬਾਰੇ ਇਹ ਗੱਲ ਕਨਫਰਮ ਆ ਕਿ ਉਹ ਵੀ ਜੋ ਕਹਿੰਦੇ ਆ ਕਰਦੇ ਆ ਤੇ ਉਹ ਸਟਰੋਂਗ ਇੱਕ ਲੀਡਰ ਵਾਂਗ ਵਿਚਰਦੇ ਆ। ਵੱਡਾ ਸਵਾਲ ਸੀ ਕਿ ਉਸ ਸਟਰੋਂਗ ਲੀਡਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ, ਉਹਨੂੰ ਉਹਦੀ ਰੈਲੀ ਨੂੰ ਰੱਦ ਹੋਣ ਵਰਗੀ ਸਥਿਤੀ ਤੱਕ ਆਉਣਾ ਪਿਆ। ਉਹਦੇ ਚ ਮੌਸਮ ਜ਼ਿੰਮੇਵਾਰ ਸੀ, ਉਹਦੇ ਵਿੱਚ ਰਾਹਾਂ ਦੇ ਵਿੱਚ ਲੱਗੀਆਂ ਰੋਕਾਂ ਜ਼ਿੰਮੇਵਾਰ ਸੀ। ਉਹ ਸਾਰੀਆਂ ਗੱਲਾਂ ਆਪਣੀ ਆਪਣੀ ਜਗ੍ਹਾ ਠੀਕ ਹੋ ਸਕਦੀਆਂ, ਪਰ ਮੁਸ਼ਕਲ ਇਹ ਸੀ ਕਿ ਜਦੋਂ ਪ੍ਰਧਾਨ ਮੰਤਰੀ ਉੱਥੇ ਪਹੁੰਚਣ ਵਾਲੇ ਸੀ, ਕਾਰਨ ਕੋਈ ਵੀ ਰਹੇ ਹੋਣ, ਪੰਡਾਲ ਖਾਲੀ ਸੀ। ਉਸ ਪੰਡਾਲ ਨੂੰ ਪ੍ਰਧਾਨ ਮੰਤਰੀ ਕਿਸੇ ਵੀ ਕੀਮਤ ਤੇ ਸੰਬੋਧਿਤ ਨਹੀਂ ਸੀ ਕਰ ਸਕਦੇ। ਇਹ ਗੱਲ ਨਿਕਲ ਕੇ ਆ ਰਹੀ ਆ ਕਿ ਪ੍ਰਧਾਨ ਮੰਤਰੀ ਦਾ ਅਚਨਚੇਤ ਇਹ ਜਿਹੜਾ ਪ੍ਰੋਗਰਾਮ ਬਣਿਆ ਵਾ ਸ਼ਹੀਦਾਂ ਦੇ ਉਸ ਸਥਾਨ ਤੇ ਜਾਣ ਦਾ, ਉਹ ਅਚਨਚੇਤ ਬਣਾਇਆ ਗਿਆ ਤਾਂ ਕਿ ਉਨੇ ਚਿਰ ਤੱਕ ਸਥਿਤੀ ਕਲੀਅਰ ਹੋ ਜੇ ਰੈਲੀ ਵਾਲੇ ਸਥਾਨ ਦੀ। ਸੋ ਇਹ ਗੱਲ ਵੱਡੀ ਆ। ਲੇਕਿਨ ਜਿਹੜਾ ਦੋਸ਼ ਲੱਗ, ਜੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਸਾਨੂੰ ਪਤਾ ਨਹੀਂ ਸੀ ਕਿ ਇਹ ਰੂਟ ਪ੍ਰਧਾਨ ਮੰਤਰੀ ਦੇ ਰਸਤੇ ਦੇ ਵਿੱਚ ਹੈ, ਸਵਾਲ ਇਹ ਆ ਕਿ ਜਦੋਂ ਪਤਾ ਲੱਗਿਆ ਸੀ ਇਸ ਰੂਟ ਤੇ ਆਉਣ ਤੋਂ 20-50 ਕਿਲੋਮੀਟਰ ਪਹਿਲਾਂ ਪਤਾ ਲੱਗਿਆ ਹੋਊਗਾ ਕਿ ਆ ਰਹੇ ਨੇ, ਤਾਂ ਇੰਨੀ ਰਿਜ਼ਰਵ ਫੋਰਸ ਸੀਗੀ। ਜੇ ਉਹ ਮੰਨ ਜਾਣ ਵਾਲੇ ਸੀ ਤੇ ਉਹ ਸੋਚਦੇ ਸੀ ਕਿ ਟਰਕੋਲੋਜੀ ਹੈ, ਇਹਦਾ ਮਤਲਬ ਹੈ ਕਿ ਬਹੁਤ ਵੱਡੇ ਪੱਧਰ ਤੇ ਅਧਿਕਾਰੀ ਸ਼ਾਇਦ ਉੱਥੇ ਨਹੀਂ ਸੀਗੇ, ਉਹਨਾਂ ਨੂੰ ਕਨਵਿੰਸ ਨਹੀਂ ਕੀਤਾ ਗਿਆ। ਜਿਹੜੇ ਕਿਸਾਨ ਲੀਡਰ ਆਖ ਰਹੇ ਆ ਉਹਨਾਂ ਨੇ ਪਾਸੇ ਹਟ ਜਾਣਾ ਸੀ ਜੇ ਉਹਨਾਂ ਨੂੰ ਇਹ ਗੱਲ ਯਕੀਨ ਦਿਵਾਇਆ ਜਾਂਦਾ ਕਿ ਉਹ ਇੱਧਰ ਦੀ ਆ ਰਿਹਾ। ਸੋ ਮੈਨੂੰ ਇੰਝ ਲੱਗਦਾ ਕਿ ਜਿਹੜੇ ਤੱਥ ਹੁਣ ਖੰਗਾਲੇ ਜਾਣਗੇ ਉਹ ਇਹੀ ਤੱਥ ਹੋਣਗੇ ਕਿ ਗਲਤੀ ਕਿਸ ਪੱਧਰ ਤੇ ਹੋਈ। ਫਿਰ ਮੈਂ ਕਹਿੰਦਾ ਟੰਗੇ ਕਿੰਨੇ ਜਾਣਾ, ਟੰਗੇ ਪੁਲਿਸ ਵਾਲਿਆਂ ਟੰਗੇ ਜਾਣਾ, ਜਿਨ੍ਹਾਂ ਨੂੰ ਤੁਸੀਂ ਬਾਰ-ਬਾਰ ਟੰਗਦੇ ਆ ਰਹੇ ਹੋ। ਉਹਨਾਂ ਦਾ ਸਿਆਸੀਕਰਨ ਕਰਤਾ ਤੁਸੀਂ, ਉਹਨਾਂ ਦੇ ਅੰਦਰ ਡਰ ਭਰਤਾ ਹੈ। ਉਹਨਾਂ ਦੇ ਵੀ ਨਿਆਣੇ ਨੇ, ਉਹਨਾਂ ਨੂੰ ਵੀ ਤਨਖਾਹ ਚਾਹੀਦੀ, ਉਹਨਾਂ ਨੇ ਵੀ ਘਰ ਪਾਲਣੇ ਆ। ਤੁਸੀਂ ਉਹਨਾਂ ਨੂੰ 100 ਕਰਪਟ ਕਹਿ ਲਓ, ਜੋ ਮਰਜ਼ੀ ਕਹਿ ਲਓ, ਲੇਕਿਨ ਅਲਟੀਮੇਟਲੀ ਇਹੀ ਹੋ ਰਿਹਾ ਕਿ ਬਹੁਤ ਸਾਰੇ ਪੁਲਿਸ ਵਾਲੇ ਪਿੱਛੇ ਸਲਾਖਾਂ ਦੇ ਵੀ ਜਾ ਰਹੇ ਆ, ਕੁਝ ਜ਼ਿਆਦਤੀਆਂ ਵੀ ਕਰਦੇ ਆ। ਸਾਰੀਆਂ ਉਂਗਲਾਂ ਇੱਕੋ ਜੀਆਂ ਨਹੀਂ। ਅਸੀਂ ਪੰਜਾਬ ਦੇ ਸਿਸਟਮ ਨੂੰ ਇੱਕ ਤਰ੍ਹਾਂ ਨਾਲ ਪਲੀਤ ਕਰਕੇ ਰੱਖਣ ਵਾਲੇ ਪਾਸੇ ਵੱਧ ਰਹੇ ਆ। ਜ਼ਰੂਰ ਮੈਂ ਤੁਹਾਡੀ ਰਾਏ ਜਾਣਨਾ ਚਾਹੂੰਗਾ। ਮੈਂ 2-3 ਉਦਾਹਰਨਾਂ ਦੇਣਾ ਚਾਹੁੰਦਾ। 8 ਫਰਵਰੀ 1967 ਦੇ ਵਿੱਚ ਇੰਦਰਾ ਗਾਂਧੀ ਉੜੀਸਾ ਦੇ ਵਿੱਚ ਚੋਣਾਂ ਹੋ ਰਹੀਆਂ ਸੀ, ਵੱਟੇ ਪੈ ਰਹੇ ਸੀ। ਉਹਨਾਂ ਦੇ ਨੱਕ ਤੇ ਇੱਕ ਵੱਟਾ ਵੱਜਦਾ ਤੇ ਖੂਨ ਨਿਕਲਣ ਲੱਗ ਜਾਂਦਾ। ਉਹਨਾਂ ਨੂੰ ਫਟਾਫਟ ਉਹਨਾਂ ਤੇ ਪੱਟੀ ਲਾਈ ਜਾਂਦੀ ਤੇ ਉਹਨਾਂ ਨੂੰ ਕਹਿੰਦੇ ਸਟੇਜ ਦੇ ਪਿੱਛੇ ਬਹਿ ਜਾਓ। ਉਹ ਕਹਿੰਦੇ ਨਹੀਂ, ਮੈਂ ਬਿਲਕੁਲ ਮੂਹਰੇ ਬੈਠਾਂਗੀ। ਮੂਹਰੇ ਬੈਠੇ ਹੋ ਤੇ ਉਸ ਤੋਂ ਬਾਅਦ ਖੈਰ ਕਾਰਵਾਈ ਹੋਈ, ਲੇਕਿਨ ਉਹ ਡਰੇ ਨਹੀਂ, ਉਹ ਗਏ ਨਹੀਂ। ਦੂਸਰੇ ਪਾਸੇ ਸਨ 2005 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜਾਂਦੇ ਆ ਤੇ ਉੱਥੋਂ ਦੇ ਸਟੂਡੈਂਟਸ ਕਾਲੇ ਝੰਡੇ ਦਿਖਾਉਂਦੇ ਆ। ਉਹ 10 ਮਿੰਟ ਦੇ ਵਿੱਚ ਭਾਸ਼ਣ ਖਤਮ ਕਰਕੇ ਵਾਪਸ ਆ ਜਾਂਦੇ ਆ। ਬਾਅਦ ਦੇ ਵਿੱਚ ਉਹਨਾਂ ਤੇ ਕੇਸ ਹੋ ਜਾਂਦੇ ਆ। ਡਾਕਟਰ ਮਨਮੋਹਨ ਸਿੰਘ ਹੁਕਮ ਜਾਰੀ ਕਰਦੇ ਆ ਕਿ ਉਹਨਾਂ ਤੋਂ ਕੇਸ ਵਾਪਸ ਲੈ ਲਏ ਜਾਣ। ਸਨ 2020 3 ਦਸੰਬਰ ਨੂੰ JP ਨੱਡਾ ਵੈਸਟ ਬੰਗਾਲ 'ਚ ਜਾਂਦੇ ਆ, ਉਹਨਾਂ ਦੇ ਪੱਥਰ ਵੱਜਦੇ ਆ। ਪੱਥਰ ਵੱਜਦੇ ਆ ਤੇ ਉਹਦੀ ਇਨਕੁਆਇਰੀ ਹੁੰਦੀ ਆ ਤੇ ਸੈਂਟਰ ਗਵਰਨਮੈਂਟ ਕਹਿੰਦੀ ਆ ਕਿ ਕਿਉਂਕਿ ਵੈਸਟ ਬੰਗਾਲ ਤੋਂ ਬਹੁਤ ਭਾਰੀ ਕਹਿੰਦੇ ਗਲਤੀ ਹੋ ਗਈ ਹੈ, ਲੈਪਸ ਹੋ ਗਿਆ। 3 IPS ਆਫੀਸਰਸ, ਇੱਕ DIG ਰੈਂਕ ਦੇ, IG ਰੈਂਕ ਦੇ, ਇੱਕ SP ਰੈਂਕ ਦੇ, ਉਹ ਕਹਿੰਦੇ ਫਟਾਫਟ ਸੈਂਟਰ ਤੇ ਆ ਜਾਓ, ਸੈਂਟਰ ਦੇ ਵਿੱਚ ਆ ਕੇ ਰਿਪੋਰਟ ਕਰੋ। ਰੂਲ 6 ਆ 1954 ਦੇ IPS ਕੈਡਰ ਰੂਲਸ। ਉਹਦੇ ਹਿਸਾਬ ਨਾਲ ਜੇ ਸੈਂਟਰ ਕਹੇ ਤੇ ਉਹਨਾਂ ਨੂੰ ਆਉਣਾ ਪੈਂਦਾ। ਲੇਕਿਨ ਵੈਸਟ ਬੰਗਾਲ ਸਰਕਾਰ ਨੇ ਉਹਨਾਂ ਨੂੰ ਰੰਧਾਵਾ ਜੀ ਰਿਲੀਜ਼ ਨਹੀਂ ਕੀਤਾ। ਮਮਤਾ ਬੈਨਰਜੀ ਨੇ ਕਹਿਤਾ ਕਿ ਨਹੀਂ, ਕਿਉਂਕਿ ਹੁਣ ਵੀ ਕਨਸੂਆਂ ਇਹ ਲਾਈਆਂ ਜਾ ਰਹੇ ਨੇ ਕਿ ਸ਼ਾਇਦ ਕੁਝ ਪੁਲਿਸ ਅਧਿਕਾਰੀ ਕੇਂਦਰ 'ਚ ਬੁਲਾ ਲਏ ਜਾਣ। ਮਮਤਾ ਬੈਨਰਜੀ ਨੇ ਉਦੋਂ ਬਿਲਕੁਲ ਸਾਫ਼ ਨਾ ਕਰ ਦਿੱਤੀ ਸੀ। ਉਹ ਕਹਿੰਦੇ ਸਾਡੇ ਕੋਲ ਆਲਰੇਡੀ IPS ਅਧਿਕਾਰੀਆਂ ਦੀ ਘਾਟ ਆ, ਅਸੀਂ ਇਹਨਾਂ ਨੂੰ ਇੱਥੋਂ ਰਿਲੀਵ ਨਹੀਂ ਕਰ ਸਕਦੇ। ਸੋ ਮੇਰਾ ਕਹਿਣ ਦਾ ਮਤਲਬ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਤੁਹਾਡੀ ਗੱਲ ਦੀ ਪ੍ਰੌੜਤਾ ਕਰ ਰਿਹਾ ਕਿ ਅਕਸਰ ਗਾਜ ਡਿੱਗ ਪੈਂਦੀ ਹੈ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ। ਔਰ ਇਸ ਗੱਲ ਨੂੰ ਕੇਂਦਰ ਨੂੰ ਵੀ ਸੋਚਣਾ ਚਾਹੀਦਾ ਕਿ ਜਦੋਂ ਅਸੀਂ ਫੈਡਰਲ ਅਧਿਕਾਰਾਂ ਦੀ ਗੱਲ ਕਰਦੇ ਹਾਂ, ਆਪਸ ਦੇ ਵਿੱਚ ਤਾਲਮੇਲ ਦੀ ਗੱਲ ਕਰਦੇ ਹਾਂ, ਉਹ ਘੱਟੋ ਘੱਟ ਜਿਹੜਾ ਲਾਅ ਐਂਡ ਆਰਡਰ ਆ ਉਹ ਸਟੇਟ ਦਾ ਸਬਜੈਕਟ ਆ। ਲੇਕਿਨ ਜਦੋਂ ਕੋਈ VVIP ਆਉਂਦਾ, ਉਦੋਂ ਕੇਂਦਰ ਤੇ ਜਿਹੜੀ ਸਟੇਟ ਗਵਰਨਮੈਂਟ ਆ
ਜਾਂ ਜਿਹੜੀ ਸੂਬਾ ਸਰਕਾਰ ਆ ਉਹਨਾਂ ਨੇ ਤਾਲਮੇਲ ਨਾਲ ਹੀ ਸਾਰਾ ਕੁਝ ਜਿਹੜੇ ਸਾਰੇ ਕੰਮ ਆ ਜਾਂ ਸੁਰੱਖਿਆ ਦੇ ਕੰਮ ਆ ਉਹ ਕਰਨੇ ਹੁੰਦੇ ਆ। ਜੀ ਰੰਧਾਵਾ ਜੀ ਦੇਖੋ, ਇਹਦੇ 'ਚ ਇੱਕ ਪਹਿਲੂ ਬਹੁਤ ਅਹਿਮ ਆ ਕਿ ਜੇਕਰ ਪ੍ਰਧਾਨ ਮੰਤਰੀ ਜਾਂ ਉਹਨਾਂ ਦਾ ਜਿਹੜਾ ਤਾਮਝਾਮ ਆ ਇਹ ਮਹਿਸੂਸ ਕਰੇ ਕਿ ਅਸੀਂ ਸੰਵੇਦਨਸ਼ੀਲ ਦੌਰ ਚੋਂ ਨਿਕਲ ਕੇ ਆਏ ਆ ਜਿਹਦੇ ਵਿੱਚ ਰਿਸ਼ਤੇ ਖਰਾਬ ਹੋਏ ਆ, ਉਹਨਾਂ ਨੂੰ ਠੀਕ ਕਰਨਾ, ਤਾਂ ਮੈਨੂੰ ਇੰਝ ਲੱਗਦਾ ਕਿ ਜੇ ਪ੍ਰਧਾਨ ਮੰਤਰੀ ਮਾਈਕ ਤੋਂ ਹਰ ਹਾਲਤ ਵਿੱਚ ਬੋਲਦੇ ਤੇ ਇਹ ਦਾਅਵਾ ਕਰਦੇ, ਇਹ ਕਹਿੰਦੇ ਕਿ ਦੇਖੋ ਸਾਡੇ ਵਰਕਰਸ ਨੂੰ ਰੋਕਿਆ ਗਿਆ, ਜੇ ਉਹ ਦਾਅਵਾ ਕਰਦੇ ਉਹਨਾਂ ਕੋਲ ਸਾਰੇ ਤਰ੍ਹਾਂ ਦੀ ਜੇ ਇਨਫੋਰਮੇਸ਼ਨ ਸੀਗੀ ਜਾਂ ਉਹਨਾਂ ਨੂੰ ਮੁਹੱਈਆ ਕਰਾਈ ਗਈ ਹੁੰਦੀ ਕਿ ਫਲਾਂ ਜਗ੍ਹਾ ਤੇ ਸਾਡੇ ਲੋਕ ਰੋਕ ਲਏ ਗਏ ਆ, ਭਾਵੇਂ ਮੌਸਮ ਖਰਾਬ ਆ, ਮੈਂ ਤਹਈਆ ਕੀਤਾ ਸੀ, ਮੈਂ ਪੰਜਾਬ ਨਾਲ ਕਮਿਟ ਕੀਤਾ ਸੀ, ਮੈਂ ਬੋਲਣਾ ਸੀ, ਮੈਨੂੰ ਇਸ ਗੱਲ ਤੋਂ ਕੋਈ ਨਹੀਂ ਰੋਕ ਸਕਦਾ, ਸ਼ਾਇਦ ਅੱਗੇ ਨਾਲੋਂ ਉਹ ਸਟਰੋਂਗ ਬਣ ਕੇ ਨਿਕਲਦੇ ਕਿ ਪ੍ਰਧਾਨ ਮੰਤਰੀ ਨੂੰ ਫਰਕ ਨਹੀਂ ਪੈਂਦਾ ਕਿ ਹਾਲਾਤ ਕਿਹੋ ਜਿਹੇ ਆ, ਉਹ ਜੋ ਠਾਣ ਲੈਂਦੇ ਆ। ਲੇਕਿਨ ਮੌਕੇ ਤੇ ਫੈਸਲੇ ਨੇ, ਕੌਣ ਫੈਸਲੇ ਕਰਾਉਣ ਵਾਲਾ ਸੀ, ਕੌਣ ਕਿਵੇਂ। ਲੇਕਿਨ ਇਸ ਸਾਰੀ ਗੱਲ ਦੇ ਵਿੱਚ ਇਸ ਤੋਂ ਪਹਿਲਾਂ ਕਿ ਅਸੀਂ ਇਹ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਨਾਲੋਂ ਸੰਯੁਕਤ ਸਮਾਜ ਮੋਰਚੇ ਦਾ ਨਾਤਾ ਟੁੱਟ ਗਿਆ, ਉਹ ਹੁਣ ਕੱਲਿਆਂ ਲੜਨਗੇ ਐਸਾ ਦਾਅਵਾ ਕੀਤਾ ਜਾ ਰਿਹਾ। ਮੈਂ ਇਸ ਤੋਂ ਪਹਿਲਾਂ ਇਸ ਸਾਰੇ ਘਟਨਾਕ੍ਰਮ 'ਚ ਕਿੰਨੇ ਕੀ ਖੱਟਿਆ, ਕੀ ਗਵਾਇਆ, ਮੈਂ ਤੁਹਾਡੇ ਤੋਂ ਜਾਣਨਾ। ਜਿਵੇਂ ਸ਼ੁਰੂ 'ਚ ਕਿਹਾ ਕਿ ਚੰਨੀ ਸਾਹਿਬ ਵੱਡੇ ਨੇਤਾ ਵਜੋਂ ਉੱਭਰ ਕੇ ਸਾਹਮਣੇ ਆਏ ਆ, ਪੰਜਾਬ ਦੇ ਨਾਲ ਖਲੋਤੇ ਨਜ਼ਰ ਆਏ ਆ। ਫਿਲਹਾਲ ਕੈਪਟਨ ਅਮਰਿੰਦਰ ਸਿੰਘ ਉਲਟ ਦਿਸ਼ਾ 'ਚ ਵਗੇ ਨੇ, ਆਮ ਆਦਮੀ ਪਾਰਟੀ ਦੁਬਦਾ 'ਚ ਰਹੀ ਆ। ਅਕਾਲੀ ਦਲ ਸਭ ਤੋਂ ਜ਼ਿਆਦਾ ਖੁਸ਼ ਹੋਊਗਾ, ਸੁਖਬੀਰ ਸਿੰਘ ਬਾਦਲ ਲਈ ਸਭ ਤੋਂ ਜ਼ਿਆਦਾ ਖੁਸ਼ੀ ਹੋਊਗੀ। ਉਹ ਸੋਚਦੇ ਹੋਣੇ ਆ ਕਿ ਵੇਖਿਆ ਸਾਡੇ ਬਿਨਾਂ ਰੈਲੀ ਕਰਕੇ ਵਿਖਾ ਲਓ, ਪਹਿਲੀ ਨਹੀਂ ਹੋਈ। ਦੂਜੇ ਬੰਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਕਿ ਇਹ ਮਾੜਾ ਹੋਇਆ, ਬੀਜੇਪੀ ਵੱਲ ਝੁਕਾਅ ਦਾ, ਪ੍ਰਧਾਨ ਮੰਤਰੀ ਨਾਲ ਇੱਕ ਤਰ੍ਹਾਂ ਨਾਲ ਖੜੇ ਹੋਣ ਦਾ ਦਮ ਭਰਨ ਵਾਲੀ ਗੱਲ ਆ। ਲੇਕਿਨ ਇਹ ਸਾਰੇ ਦੇ ਵਿੱਚ ਕੌਣ ਕਿੱਥੇ ਖੜਾ ਰਿਹਾ ਤੇ ਪੰਜਾਬ ਦੇ ਧਰਾਤਲ ਤੇ ਚੋਣਾਂ ਦੇ ਐਨ ਸਾਹਮਣੇ ਕਿਹਨੂੰ ਕਿੰਨਾ ਫਾਇਦਾ ਹੋਇਆ, ਜਰੂਰ ਦੱਸਿਓ। 5 ਜਨਵਰੀ ਨੂੰ ਜਦੋਂ ਇਹ ਘਟਨਾ ਵਾਪਰਦੀ ਹੈ ਤੇ ਹਾਹਾਕਾਰ ਮਚਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਵਾਪਸ ਜਾਣਾ ਪਿਆ ਕਿਉਂਕਿ ਸੁਰੱਖਿਆ ਦੇ ਵਿੱਚ ਕਿਤੇ ਨਾ ਕਿਤੇ ਕੋਈ ਭੁੱਲ ਹੋਗੀ, ਚੁੱਕ ਹੋਗੀ। ਉਸੇ ਸ਼ਾਮ ਨੂੰ ਚਰਨਜੀਤ ਸਿੰਘ ਚੰਨੀ 6 ਵਜੇ ਕੇ ਲਗਭਗ 8 ਜਾਂ 10 ਮਿੰਟ ਤੇ ਪ੍ਰੈਸ ਕਾਨਫਰੰਸ ਕਰਦੇ ਆ। ਰੰਧਾਵਾ ਜੀ, ਤੁਸੀਂ ਯਕੀਨ ਮੰਨੋ ਜਿਸ ਮੈਚੁਰਿਟੀ ਦੇ ਨਾਲ ਜਿਹੜੀ ਸ਼ਬਦਾਵਲੀ, ਕਿਉਂਕਿ ਇੱਕ ਵੀ ਉਹਨਾਂ ਦਾ ਸ਼ਬਦ ਇੱਧਰ ਉੱਧਰ ਕਈ ਤਰ੍ਹਾਂ ਦੇ ਜਿਹੜੇ ਆਪਸ ਦੇ ਸਬੰਧ ਆ ਕੇਂਦਰ ਦੇ ਨਾਲ ਉਹ ਖਰਾਬ ਕਰ ਸਕਦਾ ਸੀ। ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਲੇਕਿਨ ਇੰਨੀ ਸਦੀ ਹੋਈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਇੰਨਾ ਉਹਨਾਂ ਨੇ ਧਿਆਨ ਨਾਲ ਆਪਣੇ ਸ਼ਬਦਾਂ ਦਾ ਚੈਨ ਕੀਤਾ, ਵਾਕਿਆ ਲੱਗਦਾ ਸੀ ਕਿ ਇਹ ਕੋਈ 3 ਮਹੀਨੇ ਪੁਰਾਣੇ ਮੁੱਖ ਮੰਤਰੀ ਨਹੀਂ ਆ। ਉਹਨਾਂ ਦੇ ਵਿੱਚ ਜਿਹੜੀ ਮੈਚੁਰਿਟੀ ਸੀ, ਤੁਸੀਂ ਦੇਖੋ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਪੂਰਾ ਸਨਮਾਨ ਸਤਿਕਾਰ ਦਿੱਤਾ। ਉਹ ਕਹਿੰਦੇ ਜੇ ਪ੍ਰਧਾਨ ਮੰਤਰੀ ਤੇ ਕੁਝ ਹੋਊਗਾ ਤਾਂ ਮੈਂ ਪਹਿਲਾਂ ਅੱਗੇ ਹੋਊਂਗਾ। ਸਾਡੀ ਜਿਹੜੀ ਪੰਜਾਬ ਦੀ ਜਿਹੜੀ ਪ੍ਰਥਾ ਉਹ ਤਾਂ ਮਹਿਮਾਨ ਨਵਾਜ਼ੀ ਦੀ ਆ। ਕਹਿੰਦੇ ਮੈਂ ਤਾਂ ਚਾਹੂੰਗਾ ਕਿ ਆਉਣ ਸਾਡੇ ਤੋਂ। ਕਹਿੰਦੇ ਮੈਨੂੰ ਇਸ ਗੱਲ ਦਾ ਬੜਾ ਖੇਦ ਆ, ਇਟਸ ਵੈਰੀ ਅਨਫੋਰਚੂਨੇਟ, ਲੇਕਿਨ ਫਿਰ ਵੀ ਇਸ ਤਰ੍ਹਾਂ ਦੇ ਜਿਹੜੇ ਕੋਈ ਵਾਕਿਆ ਹੋ ਜਾਂਦੇ ਨੇ ਅਸੀਂ ਉਹਨਾਂ ਦੀ ਤਹਿਕੀਕਾਤ ਕਰਾਵਾਂਗੇ। ਸੋ ਇਸ ਨਾਲ ਮੈਨੂੰ ਲੱਗਦਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕੱਲ ਵੀ ਇੱਕ ਰੈਲੀ ਕੀਤੀ, ਉੱਥੇ ਵੀ ਇਸ ਤਰ੍ਹਾਂ ਦੇ ਬਿਆਨ ਦਿੱਤੇ। ਠੀਕ ਆ, ਪੋਲੀਟੀਕਲ ਗੱਲਾਂ ਵੀ ਹੋ ਜਾਂਦੀਆਂ, ਲੇਕਿਨ ਮੈਨੂੰ ਲੱਗਦਾ ਕਿ ਉਹਨਾਂ ਦੀ ਮੈਚੁਰਿਟੀ, ਉਹਨਾਂ ਦੇ ਕੱਦ ਜਾਂ ਉਹਨਾਂ ਦੇ ਰੁਤਬੇ ਦੇ ਵਿੱਚ ਵਾਕਿਆ ਬਹੁਤ ਵੱਡਾ ਉਛਾਲ ਆਇਆ। ਲੋਕਾਂ ਨੇ ਹਰ ਤਬਕੇ ਜੀ ਉਹ ਇੱਕੋ ਮੂਵ ਨਾਲ ਨਵਜੋਤ ਸਿੰਘ ਸਿੱਧੂ ਤੋਂ ਕਈ ਕਦਮਾਂ ਅੱਗੇ ਖਲੋਤੇ ਨਜ਼ਰ ਆ ਗਿਆ, ਨਾਲੇ ਉਹਨਾਂ ਵਿਰੋਧੀ ਸਿੱਝੇ ਆ, ਨਾਲੇ ਘਰ ਦੇ ਵਿੱਚ ਵੀ ਆਪਣੇ ਆਪ ਨੂੰ ਇੱਕ ਕਦਮ ਅੱਗੇ ਵਧਾ ਲਿਆ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਆ, ਤੁਸੀਂ ਗੱਲ ਬਿਲਕੁਲ ਕਹਿਤੀ ਆ। ਔਰ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਜੇ ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ, ਔਰ ਤੁਸੀਂ ਬਿਲਕੁਲ ਸਹੀ ਸ਼ਬਦ ਵਰਤੇ, ਉਹ ਇੱਕ ਤਰ੍ਹਾਂ ਦੇ ਵਿਲਨ ਨਜ਼ਰ ਆਉਂਦੇ ਆ। ਤੁਸੀਂ ਜਦੋਂ ਅੱਜ ਉਹ ਬਾਰ-ਬਾਰ ਰਾਸ਼ਟਰਪਤੀ ਰਾਜ ਦੀ ਗੱਲ ਕਰਦੇ ਆ ਤੇ ਵਾਕਿਆ ਲੱਗਦਾ ਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਆ। ਦੂਸਰੇ ਪਾਸੇ ਤੁਸੀਂ ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਵੀ ਦੁਵਿਧਾ ਦੇਖ ਸਕਦੇ ਹੋ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਬੜਾ ਬੈਲੈਂਸ ਇੱਕ ਬਿਆਨ ਆਇਆ। ਉਹ ਕਹਿੰਦੇ ਹਾਂ ਸੁਰੱਖਿਆ ਸਾਡਾ ਜ਼ਰੂਰ ਹੁੰਦੀ ਹੈ ਕਿਤੇ ਨਾ ਕਿਤੇ, ਪਰ ਉਹਨਾਂ ਨੇ ਰੈਲੀ ਨੂੰ ਵੀ ਇਸ ਦਾ ਜ਼ਿੰਮੇਵਾਰ ਮੰਨਿਆ ਕਿ ਉੱਥੇ ਲੋਕਾਂ ਦੀ ਗਿਣਤੀ ਘੱਟ ਸੀ। ਸੋ ਸਾਰੇ ਪਾਸੇ ਮੈਨੂੰ ਲੱਗਦਾ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਦਾ ਕੱਦ ਵਾਕਿਆ ਬਹੁਤ ਉੱਚਾ ਹੋਇਆ। ਔਰ ਮੈਂ ਬਹੁਤ ਸਾਰੇ ਲੋਕਾਂ ਨਾਲ, ਬਹੁਤ ਸਾਰੇ ਭਾਈਚਾਰੇ ਨਾਲ ਗੱਲ ਕਰ ਰਹੇ ਸੀ, ਉਹਨਾਂ ਨੂੰ ਖੁਦ ਹੈਰਾਨੀ ਸੀ ਕਿ ਇੰਨਾ ਭਾਰੀ ਸੰਕਟ ਹੋਵੇ, ਸਿਰਫ 3-4 ਮਹੀਨੇ ਪੁਰਾਣੇ ਦੇ ਮੁੱਖ ਮੰਤਰੀ ਹੋਣ, ਔਰ ਇਸ ਸਲਾਹੀਅਤ ਨਾਲ, ਇਸ ਕ੍ਰੈਡੀਬਿਲਿਟੀ ਨਾਲ ਉਹ ਇਸ ਚੋਂ ਨਿਕਲਦੇ ਹੋਏ ਨਜ਼ਰ ਆ ਰਹੇ ਆ। ਔਰ ਤੁਸੀਂ ਦੇਖੋ ਭਾਜਪਾ ਕੋਈ ਛੋਟੀ ਪਾਰਟੀ ਨਹੀਂ, ਬਹੁਤ ਵੱਡੀ ਪਾਰਟੀ ਆ। ਕੇਂਦਰੀ ਮੰਤਰੀ ਆ ਕੇ ਉਹਨਾਂ ਤੇ ਹਮਲੇ ਕਰ ਰਹੇ ਆ। ਉਹਨਾਂ ਦੇ ਹਮਲਿਆਂ ਨੂੰ ਬਲੰਟ ਕਰਨਾ, ਖੁੰਡੇ ਕਰਨਾ ਕੋਈ ਆਮ ਗੱਲ ਨਹੀਂ ਹੈ, ਲੇਕਿਨ ਉਹ ਇਕੱਲੇ ਮੈਨੂੰ ਲੱਗਦਾ ਇਸ 'ਚ ਨਜ਼ਰ ਆਉਂਦੇ ਆ। ਔਰ ਤੁਸੀਂ ਬਿਲਕੁਲ ਗੱਲ ਠੀਕ ਕਹੀ ਆ, ਨਵਜੋਤ ਸਿੰਘ ਸਿੱਧੂ ਹੋਣ, ਉਹਨਾਂ ਦੇ ਸੁਖਜਿੰਦਰ ਸਿੰਘ ਰੰਧਾਵਾ ਹੋਣ, ਕੋਈ ਵੀ ਲੀਡਰ ਇਸ ਟਾਈਮ ਪੰਜਾਬ ਦਾ ਹੋਵੇ, ਉਹ ਬਹੁਤ ਅੱਗੇ ਗਏ ਆ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਮੇਰੀ ਕੱਲ ਗੱਲ ਵੀ ਹੋਈ ਆ
ਜਿਹੜੀ ਕੇਂਦਰ ਦੀ AICC ਆ, ਆਲ ਇੰਡੀਆ ਕਾਂਗਰਸ ਕਮੇਟੀ ਜਾਂ ਕੇਂਦਰ ਦੀ ਲੀਡਰਸ਼ਿਪ, ਉਹ ਵੀ ਚੰਨੀ ਹੋਣਾ ਦੇ ਇਹਨਾਂ ਬਿਆਨਾਂ ਤੋਂ ਜਾਂ ਇਸ ਤਰ੍ਹਾਂ ਇਸ ਸਿਚੁਏਸ਼ਨ ਨੂੰ ਹੈਂਡਲ ਕਰਨ ਤੋਂ ਬਹੁਤ ਸੈਟੀਸਫਾਈਡ ਆ, ਬਹੁਤ ਖੁਸ਼ ਆ ਜੀ। ਬਿਲਕੁਲ। ਔਰ ਆਮ ਆਦਮੀ ਪਾਰਟੀ ਇੱਥੇ ਕਿਤੇ ਨਾ ਕਿਤੇ ਫਿਸਲੀ ਨਜ਼ਰ ਆਈ ਆ। ਉਹਨਾਂ ਨੇ ਆਪਣੇ ਬਿਆਨ ਬਦਲੇ ਵੀ ਆ, ਨੋ ਡਾਊਟ ਪ੍ਰਧਾਨ ਮੰਤਰੀ ਦੀ ਅਹੁਦੇ ਦੀ ਮਰਿਆਦਾ ਨੂੰ ਵੀ ਉਹਨਾਂ ਕਿਹਾ, ਲੇਕਿਨ ਭਗਵੰਤ ਮਾਨ ਔਰ ਰਾਘਵ ਚੱਡਾ ਜਿਵੇਂ ਇਸ ਮਾਮਲੇ ਦੇ ਵਿੱਚ ਕਾਹਲੀ 'ਚ ਬਿਆਨਬਾਜ਼ੀ ਕਰਦੇ ਨਜ਼ਰ ਆਇਆ, ਸ਼ਾਇਦ ਉਹਨਾਂ ਨੂੰ ਇਹਨੂੰ ਬਾਅਦ ਦੇ ਵਿੱਚ ਸਮਝਣ ਦੇ ਵਿੱਚ ਸ਼ਾਇਦ ਦੇਰੀ ਆਪ ਵੀ ਮਹਿਸੂਸ ਕੀਤੀ ਹੋਵੇ। ਔਰ ਇਹ ਅਹਿਮ ਸਵਾਲ ਆ ਕਿ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਨਾਲ ਰਿਸ਼ਤਿਆਂ ਨੂੰ ਵੀ ਧਿਆਨ 'ਚ ਰੱਖਿਆ ਤੇ ਗਾਂ ਆਉਂਦੀ ਇਲੈਕਸ਼ਨ ਨੂੰ ਧਿਆਨ 'ਚ ਰੱਖ ਕੇ ਲੋਕ ਜਜ਼ਬਾਤਾਂ ਦੀ ਵੀ ਤਰਜਮਾਨੀ ਕੀਤੀ ਹੈ ਕਿ ਅਸੀਂ ਆਪਣੇ ਲੋਕਾਂ ਤੇ ਗੋਲੀਆਂ ਜਾਂ ਡਾਂਗਾ ਥੋੜੀ ਚਲਾ ਸਕਦੇ, ਇਹ ਵੀ ਕਿਹਾ ਉਹਨਾਂ ਨੇ ਜੀ। ਤੁਸੀਂ ਆਮ ਆਦਮੀ ਪਾਰਟੀ ਦਾ ਜ਼ਰੂਰ ਜ਼ਿਕਰ ਕਰ ਦਿਓ ਜੀ, ਤੇ ਜਿਹੜਾ ਉਹਨਾਂ ਦਾ ਵਿਊ ਪੁਆਇੰਟ ਤੇ ਨਜ਼ਰੀਆ ਪੰਜਾਬ ਦੇ ਵਿੱਚ ਉਹਨਾਂ ਨੂੰ ਇਲੈਕਸ਼ਨ 'ਚ ਇਹਦਾ ਬੈਨੀਫਿਟ ਕਿੰਨਾ ਕੁ ਹੋਊਗਾ? ਦੇਖੋ, ਆਮ ਆਦਮੀ ਪਾਰਟੀ ਇਸ ਪ੍ਰਕਰਨ ਦੇ ਵਿੱਚ ਵਾਕਿਆ ਉਹਨਾਂ ਬੜੀ ਕਨਫਿਊਜ਼ ਲੱਗੀ। ਇੱਕ ਪਾਸੇ ਤਾਂ ਉਹ ਸਰਕਾਰ ਦੀ ਆਲੋਚਨਾ ਵੀ ਕਰਨਾ ਚਾਹੁੰਦੇ ਆ, ਲੇਕਿਨ ਇੱਕ ਪਾਸੇ ਇਦਾਂ ਵੀ ਲੱਗ ਰਿਹਾ ਜਿਵੇਂ ਉਹ ਪੰਜਾਬ ਦੇ ਨਾਲ ਕਿਤੇ ਖੜੇ ਨਜ਼ਰ ਨਹੀਂ ਆ ਰਹੇ। ਭਗਵੰਤ ਮਾਨ ਹੋਣਾ ਦਾ ਬਿਆਨ ਹੋਵੇ, ਚਾਹੇ ਰਾਘਵ ਚੱਡਾ ਦਾ ਬਿਆਨ ਹੋਵੇ, ਮੈਨੂੰ ਲੱਗਦਾ ਇਹ ਤੁਸੀਂ ਗੱਲ ਬਿਲਕੁਲ ਠੀਕ ਕਰਦੇ, ਜਲਦਬਾਜ਼ੀ 'ਚ ਲਿਆ ਗਿਆ ਇਹ ਫੈਸਲਾ ਕਿ ਇਸ ਤਰ੍ਹਾਂ ਦਾ ਬਿਆਨ ਦੇਣਾ। ਇਹ ਬਿਆਨਬਾਜ਼ੀ ਠੀਕ ਨਹੀਂ ਸੀ, ਪਹਿਲਾਂ ਸਾਰੀ ਸਿਚੁਏਸ਼ਨ ਨੂੰ ਸਮਝਣਾ ਚਾਹੀਦਾ ਸੀ। ਜ਼ਰੂਰੀ ਨਹੀਂ ਹੁੰਦਾ ਕਿ ਸਿਰਫ ਜਿਹੜੀਆਂ ਵਿਰੋਧੀ ਪਾਰਟੀਆਂ ਦਾ ਵਿਰੋਧ ਕਰਨਾ ਹੀ ਰਾਜਨੀਤੀ ਹੁੰਦੀ ਹੈ, ਕਈ ਵਾਰੀ ਤੁਹਾਨੂੰ ਸਟੇਟ ਦੇ ਨਾਲ ਜਾਂ ਸਟੇਟ ਦੇ ਮੁੱਦਿਆਂ ਦੇ ਨਾਲ ਖੜਨਾ ਵੀ ਜ਼ਰੂਰੀ ਹੁੰਦਾ। ਸੋ ਇਸ 'ਚ ਆਮ ਆਦਮੀ ਪਾਰਟੀ ਬਿਲਕੁਲ ਪਿਛੜੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਜੀ। ਰੰਧਾਵਾ ਜੀ, ਸ਼ਾਇਦ ਆਮ ਆਦਮੀ ਪਾਰਟੀ ਦੀ ਨਜ਼ਰ ਦੇ ਵਿੱਚ ਇੱਕ ਖਾਸ ਵਰਗ ਵਿਸ਼ੇਸ਼ ਦੀਆਂ ਵੋਟਾਂ ਵੀ ਹੋਣਗੀਆਂ, ਜਿੱਥੇ ਬੀਜੇਪੀ ਦੀ ਵੀ ਨਜ਼ਰ ਹੈ, ਕਿਉਂਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕਿਸਾਨ ਸੰਯੁਕਤ ਮੋਰਚੇ ਨਾਲ ਕੋਈ ਬਹੁਤੀ ਬਣਦੀ ਨਜ਼ਰ ਆਉਂਦੀ ਨਹੀਂ ਗੱਲ। ਸੋ ਇਸ ਮੌਕੇ ਤੇ ਉਹਨਾਂ ਦਾ ਧਿਆਨ ਉਸ ਵੋਟ ਬੈਂਕ ਤੇ ਹੋਵੇ, ਐਸਾ ਸੋਚਿਆ ਜਾ ਸਕਦਾ। ਹੁਣ ਮੈਨੂੰ ਜਾਂਦੇ ਜਾਂਦੇ ਇਹ ਦੱਸ ਦਿਓ ਕਿ ਸੰਯੁਕਤ ਸਮਾਜ ਮੋਰਚੇ ਦੇ ਵੱਡੇ ਆਗੂ ਰੁਲਦੂ ਸਿੰਘ ਮਾਨਸਾ ਨੇ ਕਹਿਤਾ ਕਿ ਸਾਡੀ ਹੁਣ ਇਹਨਾਂ ਨਾਲ ਗੱਲ ਕੋਈ ਨਹੀਂ। ਰਾਜੇਵਾਲ ਸਾਹਿਬ ਦਾ ਜ਼ਿਕਰ ਚੱਲਦਾ ਹੈ ਵੀ ਉਹਨਾਂ ਦੀ ਗੱਲ ਹੁੰਦੀ ਹੈ, ਪਰ ਹੁਣ ਤੇ ਆਪਾਂ ਲੜਾਂਗੇ 117 ਤੇ। ਨਾਲ ਹੀ ਉਹਨਾਂ ਕਹਿਤਾ ਵੀ ਕਿਰਤੀਆਂ ਨੂੰ ਜਿੰਨੀਆਂ ਰਿਜ਼ਰਵ ਸੀਟਾਂ ਕਿਰਤੀਆਂ ਨੂੰ ਦੇਵਾਂਗੇ। ਸ਼ਹਿਰੀ ਸੀਟਾਂ ਉਹਨਾਂ ਕਿਹਾ ਕਿ ਜਿਹੜੇ ਇੰਟੈਲੈਕਚੁਅਲਸ ਨੇ, ਜਿਹੜੇ ਰਿਟਾਇਰਡ ਯੂਨੀਅਨਿਸਟ ਨੇ, ਅਸੀਂ ਉਹਨਾਂ ਨੂੰ ਲਿਆਵਾਂਗੇ। ਸੋ ਉਹਨਾਂ ਨੇ ਆਪਣੇ ਪੱਤੇ ਸਾਫ਼ ਕਰਤੇ ਆ। ਇਹਦੇ ਉੱਤੇ ਆਖਰੀ ਟਿੱਪਣੀ ਤੁਹਾਡੀ। ਰੁਲਦੂ ਸਿੰਘ ਮਾਨਸਾ ਨੇ ਮੈਨੂੰ ਲੱਗਦਾ ਦੋਹਰੀ ਮਾਰ ਮਾਰਤੀ ਆ ਆਮ ਆਦਮੀ ਪਾਰਟੀ ਨੂੰ। ਇੱਕ ਤਾਂ ਜਿਹੜੇ ਪ੍ਰਧਾਨ ਮੰਤਰੀ ਨੂੰ ਲੈ ਕੇ ਉਹ ਤਾਂ ਆਮ ਆਦਮੀ ਪਾਰਟੀ ਆਪਣੀ ਟਿੱਪਣੀਆਂ 'ਚ ਫਸਦੀ ਹੋਈ, ਘਿਰਦੀ ਹੋਈ ਨਜ਼ਰ ਆਉਂਦੀ ਆ, ਪਰ ਰੁਲਦੂ ਸਿੰਘ ਮਾਨਸਾ ਨੇ ਇਹ ਗੱਲ ਸਾਫ਼ ਕਰਕੇ ਜਿਹੜਾ ਸੰਯੁਕਤ ਜਿਹੜਾ ਮੋਰਚਾ, ਜਿਹੜਾ ਸਮਾਜ ਮੋਰਚਾ ਬਣਿਆ ਚੋਣਾਂ ਲੜਨ ਲਈ, ਉਹਦਾ ਆਮ ਆਦਮੀ ਪਾਰਟੀ ਦੇ ਨਾਲ ਹੁਣ ਕਿਸੇ ਤਰ੍ਹਾਂ ਦਾ ਕੋਈ ਸਰੋਕਾਰ ਨਹੀਂ ਆ। ਉਹਨਾਂ ਨੇ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ। ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ 34 ਸੀਟਾਂ ਤੇ ਜਿਹੜੇ ਹੈ ਉਹ ਅਸੀਂ ਮਜ਼ਦੂਰਾਂ ਨੂੰ ਲੜਾਵਾਂਗੇ, ਜਿਹੜੀਆਂ ਰਿਜ਼ਰਵ ਸੀਟਾਂ ਨੇ, ਤੇ ਬਾਕੀ 83 ਸੀਟਾਂ ਤੇ ਉਹਨਾਂ ਸਾਰੇ ਵਿਅਕਤੀਆਂ ਨੂੰ ਲੜਾਵਾਂਗੇ, ਚਾਹੇ ਉਹ ਕਿਸਾਨ ਹੋਣ। ਔਰ ਤੁਸੀਂ ਇੱਕ ਗੱਲ ਹੋਰ ਦੇਖੋ ਰੰਧਾਵਾ ਜੀ, ਉਹ ਕਹਿੰਦੇ ਹਰੇਕ ਭਾਈਚਾਰੇ ਦਾ, ਇਹਦੇ ਵਿੱਚ ਕਿਸੇ ਤਰ੍ਹਾਂ ਦਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਕੋਈ ਖਾਸ ਭਾਈਚਾਰੇ ਦਾ ਹੋਏਗਾ। ਔਰ ਤੁਸੀਂ ਯਕੀਨ ਮੰਨਿਓ, ਮੈਂ ਇਹ ਕੱਲ ਬੜੀਆਂ ਕਨਸੂਆਂ ਲੈ ਰਿਹਾ ਸੀ, ਜੇ ਉਹ ਹਰ ਇੱਕ ਭਾਈਚਾਰੇ ਦਾ ਕੋਈ ਵਿਅਕਤੀ ਜੋੜ ਲੈਂਦੇ ਨੇ, ਕੋਈ ਇੰਟੈਲੈਕਚੁਅਲ ਜੋੜ ਲੈਂਦੇ ਨੇ, ਕੋਈ ਸਮਾਜ ਸੇਵੀ ਜੋੜ ਲੈਂਦੇ ਨੇ, ਜਾਂ ਕੋਈ ਵਧੀਆ ਵਿਅਕਤੀ ਜਿਹੜੇ ਆ ਉਹ ਜੋੜ ਲੈਂਦੇ ਜੀ, ਜਿਨ੍ਹਾਂ ਦੀ ਸੋਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬਹੁਤ ਅਗਾਂਹ ਵਧੂ ਹੋਏਗੀ, ਤੇ ਵਾਕਿਆ ਮੈਨੂੰ ਲੱਗਦਾ ਕਿ ਜੇ 23 ਦਿਨਾਂ ਦੇ ਵਿੱਚ ਇਹ ਕਹਿੰਦੇ ਆ ਕਿ ਅਸੀਂ ਸਾਰੇ ਕੈਂਡੀਡੇਟਸ ਡਿਕਲੇਅਰ ਕਰ ਦਾਂਗੇ, ਤੇ ਸ਼ਾਇਦ ਇਹ ਇੱਕ ਬਹੁਤ ਵੱਡਾ ਜਿਹੜਾ ਇੱਕ ਪੋਲੀਟੀਕਲ ਗਰੁੱਪ ਬਣ ਕੇ ਉੱਭਰ ਸਕਦਾ, ਜਿਹਦੀ ਕਿ ਹੋ ਸਕਦਾ ਸਾਨੂੰ ਉਮੀਦ ਨਾ ਹੋਵੇ। ਕਿਉਂਕਿ ਪੋਲੀਟੀਕਲ ਪਾਰਟੀ ਹੀ ਬਣਾ ਲੈਣਾ ਕਾਫੀ ਨਹੀਂ ਹੁੰਦਾ, ਥੱਲੇ ਤੱਕ ਤੁਹਾਡੀਆਂ ਜੜ੍ਹਾਂ, ਤੁਹਾਡੀਆਂ ਬੂਥ ਲੈਵਲ ਤੱਕ ਤੁਹਾਡੀ ਮੈਨੇਜਮੈਂਟ ਹੁੰਦੀ ਹੈ, ਨਹੀਂ ਹੁੰਦੀ, ਇਸ ਨੂੰ ਵੀ ਦੇਖਣਾ ਪਊਗਾ। ਲੇਕਿਨ ਇਸ ਨੂੰ ਆਪਾਂ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਜੇ ਕਿਤੇ ਇਕੱਠੇ ਹੋ ਕੇ ਬੰਦੇ, ਚੰਗੇ ਬੰਦੇ ਇਸ ਗਰੁੱਪ ਦੇ ਨਾਲ ਜੁੜ ਜਾਂਦੇ ਨੇ, ਸੰਯੁਕਤ ਸਮਾਜ ਮੋਰਚੇ ਨਾਲ, ਤੇ ਫਿਰ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਭਵਿੱਖ ਬਾਰੇ ਪੰਜਾਬ ਦੇ ਵਿੱਚ ਸੋਚਣਾ ਜ਼ਰੂਰ ਪਏਗਾ ਜੀ। ਰੰਧਾਵਾ ਜੀ, ਮਨਪ੍ਰੀਤ ਜੀ, ਖਬਰਾਂ ਤਾਂ 3-4 ਹੋਰ ਵੱਡੀਆਂ ਸੀ, ਜਿਹਦੇ 'ਚ ਸੁਖਪਾਲ ਸਿੰਘ ਖਹਿਰਾ ਨਾਲ ਸੰਬੰਧਿਤ ਮਾਮਲਾ ਸੀ, ਚਾਰਜ ਸ਼ੀਟ ਵਾਲੀ ਗੱਲ, ਔਰ ਇਹਦੇ ਨਾਲ ਚੋਣ ਕਮਿਸ਼ਨ ਦੀ ਸਰਗਰਮੀ ਹੈ। ਲੇਕਿਨ ਮੈਨੂੰ ਲੱਗਦਾ ਸਮਾਂ ਕਾਫੀ ਹੋ ਗਿਆ। ਖਹਿਰਾ ਸਾਹਿਬ ਦੇ ਉੱਤੇ ਜਾਂਦੇ ਜਾਂਦੇ ਜ਼ਰੂਰ ਟਿੱਪਣੀ ਦੇ ਦਿਓ ਕੁਝ ਸੈਕਿੰਡਸ ਦੇ ਵਿੱਚ। ਦੇਖੋ, ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹ 11 ਨਵੰਬਰ ਤੋਂ ਲਗਭਗ ਉਹਨਾਂ ਨੂੰ 2 ਮਹੀਨੇ ਹੋ ਜਾਣੇ ਆ ਕਸਟਡੀ ਦੇ ਵਿੱਚ, ਤੇ ਉਹਨਾਂ ਦਾ ਚਲਾਨ ਜਿਹੜਾ ਉਹ ਪੇਸ਼ ਕਰ ਦਿੱਤਾ ਗਿਆ। ਤੇ ਇਹ ਉਹੀ ਜੱਜ ਨੇ, ਐਡੀਸ਼ਨ ਸੈਸ਼ਨ ਜੱਜ ਨੇ, ਸੰਦੀਪ ਕੁਮਾਰ ਸਿੰਗਲ, ਉਹਨਾਂ ਦੀ ਅਦਾਲਤ ਦੇ ਵਿੱਚ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਜਿਹੜਾ ਚਲਾਨ ਪੇਸ਼ ਕਰਨ ਦੇ ਨਾਲ ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਖਪਾਲ ਸਿੰਘ ਖਹਿਰਾ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵਧਾ ਦਿੱਤੀਆਂ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਵੀ ਉਹਨਾਂ ਨੇ ਬੇਲ ਲਈ ਅਪਲਾਈ ਕੀਤਾ ਸੀ, ਬੇਲ ਉਹਨਾਂ ਦੀ ਰਿਜੈਕਟ ਹੋ ਗਈ ਸੀ।
ਸੋ ਹਜੇ ਲੱਗਦਾ ਉਹਨਾਂ ਨੂੰ ਹਜੇ ਹੋਰ ਥੋੜਾ ਦਿਨ ਅੰਦਰ ਰਹਿਣਾ ਪੈਣਾ, ਲੇਕਿਨ ਇੰਨਾ ਸੌਖਾ ਨਹੀਂ ਹੈ। ਜਿਹੜੀ ਲੜਾਈ ਲੱਗਦੀ ਸੀ ਕਿ ਸ਼ਾਇਦ ਸੁਖਪਾਲ ਸਿੰਘ ਖਹਿਰਾ ਬੜੀ ਜਲਦੀ ਬਾਹਰ ਆ ਜਾਣਗੇ, ਹੁਣ ਉਹ ਲੜਾਈ ਉਹਨਾਂ ਦੀ ਲੰਮੀ ਹੁੰਦੀ ਲੱਗਦੀ ਹੈ। ਜੀ ਰੰਧਾਵਾ ਜੀ। ਬਿਲਕੁਲ, ਕਰੋਨਾ ਬੜੀ ਤੇਜ਼ੀ ਨਾਲ ਅੱਗੇ ਵੱਧ ਗਿਆ। ਫਿਰ ਇੱਕ ਵਾਰੀ ਨਵੇਂ ਵੇਰੀਐਂਟ ਦੀ ਗੱਲ ਜਾਂ ਪੁਰਾਣੀਆਂ ਗੱਲਾਂ, ਬਹੁਤ ਤੇਜ਼ੀ ਨਾਲ ਕੇਸ ਵੱਧ ਰਹੇ ਆ। ਕੱਲ ਇੱਕ ਫਲਾਈਟ ਦੇ ਵਿੱਚੋਂ ਲਗਭਗ ਮੇਰੇ ਖਿਆਲ 125 125 ਇਟਲੀ 180 ਤੋਂ ਜਿਹੜੀ ਆਈ ਅਣਾਸੀਆਂ, ਸੀ। ਹਾਂ। ਔਰ ਉਹ ਹਾਂਜੀ ਬੜੀ ਮੁਸ਼ਕਿਲ ਪੈਦਾ ਹੋ ਰਹੀ ਹੈ ਕਿ ਇਹ ਜਿਹੜਾ ਇਸ ਵਾਰੀ ਵੇਰੀਐਂਟ ਹੈ, ਇਹ ਛੇਤੀ ਤੇਜ਼ੀ ਨਾਲ ਫੈਲਦਾ ਹੈ, ਤੁਰੰਤ ਫੈਲਦਾ ਜੀ ਤੇ ਤੁਰੰਤ ਸਾਈਨ ਸਿੰਪਟਮ ਵੀ ਆਉਂਦੇ ਦਿਸ ਰਹੇ ਆ। ਬਹੁਤ ਸਾਰੇ ਜੀ ਲੋਕਾਂ ਨੂੰ ਇਹਦੇ ਸਾਈਨ ਸਿੰਪਟਮ ਨਜ਼ਰ ਵੀ ਨਹੀਂ ਆਉਂਦੇ, ਲੇਕਿਨ ਉਹ ਪੋਜ਼ਿਟਿਵ ਪਾਏ ਜਾਂਦੇ ਆ। ਭਾਵੇਂ ਇਹਦੀ ਮਾਰ ਜਿਨ੍ਹਾਂ ਨੇ ਵੈਕਸੀਨ ਲਗਵਾ ਲਈ ਉਹਨਾਂ ਤੇ ਜ਼ਿਆਦਾ ਨਹੀਂ ਸੁਣਿਆ, ਪੈਨਿਕ ਦੀ ਕੋਈ ਜੀ ਲੋੜ ਨਹੀਂ ਗੀ, ਲੇਕਿਨ ਫਿਰ ਵੀ ਇਹਤਿਆਤ ਤਾਂ ਇਹਤਿਆਤ ਹੀ ਆ। ਇਸ ਤੀਜੀ ਲਹਿਰ ਤੋਂ ਬਚਣ ਲਈ ਤੁਹਾਨੂੰ ਕੁਝ ਨਾ ਕੁਝ ਔੜ-ਪੌੜ ਕਰ ਲੈਣੇ ਚਾਹੀਦੇ ਆ। ਇਲੈਕਸ਼ਨ ਸਿਰ ਤੇ ਆ, ਰੈਲੀਆਂ ਵੀ ਬਥੇਰੀਆਂ। ਉਂਝ ਕਾਂਗਰਸ ਕਹਿੰਦੀ ਸੀਗੀ ਕਿ ਅਸੀਂ ਰੈਲੀਆਂ ਬੰਦ ਕਰਤੀਆਂ, ਲੇਕਿਨ ਕੱਲ ਸਿੱਧੂ ਸਾਹਿਬ ਨੇ ਵੀ ਕੀਤੀ ਤੇ ਚੰਨੀ ਨੇ ਵੀ ਕੀਤੀ। ਪਤਾ ਥੋੜੀ ਲੱਗਦਾ ਪੋਲੀਟੀਸ਼ੀਅਨਸ ਕਿੱਧਰ ਨੂੰ ਚੱਲਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।